ਸਤਿ ਸ਼੍ਰੀ ਅਕਾਲ ਔਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ ਇਸ ਵੇਲੇ ਸਮਰਾਲਾ ਦੇ ਵਿੱਚ ਖੜੀ ਹੋਈ ਹਾਂ ਔਰ ਇੱਕ ਹਸਪੀਟਲ ਦੇ ਮੂਹਰੇ ਖੜੀ ਹੋਈ ਹਾਂ। ਹੁਣ ਸਭ ਦੇ ਮਨ ਦੇ ਵਿੱਚ ਇਹ ਜਿਹੜਾ ਸਵਾਲ ਜ਼ਰੂਰ ਆਊਗਾ ਵੀ ਹਸਪੀਟਲ ਇੰਨੇ ਸਿੰਪਲ ਜੇ ਤਾਂ ਹੁੰਦੇ ਨਹੀਂ ਆ। ਬਿਲਕੁਲ ਇੰਨੇ ਸਿੰਪਲ ਨਹੀਂ ਹੁੰਦੇ। ਪ੍ਰਾਈਵੇਟ ਹਸਪੀਟਲਸ ਨੇ ਜੋ ਹਾਲਾਤ ਜਿਹੜੇ ਕਰ ਰੱਖੇ ਹੋਏ ਆ ਪੰਜਾਬ ਦੇ ਲੋਕਾਂ ਦੇ ਉਹਨਾਂ ਤੋਂ ਕੋਈ ਵੀ ਅਣਜਾਣ ਨਹੀਂ ਆ। ਪਰ ਅਜੇ ਵੀ ਜਿਨ੍ਹਾਂ ਚੀਜ਼ਾਂ ਦੇ ਜ਼ਰੀਏ ਕਿਹਾ ਜਾਂਦਾ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਆ ਔਰ ਬਹੁਤ ਸਾਰੇ ਡਾਕਟਰ ਬਹੁਤ ਸਾਰੇ ਲੋਕ ਅਜੇ ਵੀ ਇਸ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਔਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ। ਜਿਨ੍ਹਾਂ ਨੂੰ ਲੱਗਦਾ ਕਿ ਹਾਈ-ਫਾਈ ਬਿਲਡਿੰਗਸ ਚਾਹੇ ਨਾ ਹੋਣ ਪਰ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਚੰਗੇ ਤਰੀਕੇ ਨਾਲ ਸਸਤੇ ਰੂਪ ਦੇ ਵਿੱਚ ਦਿੱਤੀਆਂ ਜਾ ਸਕਦੀਆਂ ਉਹਦੇ ਉੱਤੇ ਪਹਿਰਾ ਜ਼ਰੂਰ ਦੇ ਰਿਹਾ। ਮੈਂ ਇਸ ਵੇਲੇ ਦੁੱਖ ਦੂਰ ਦਵਾਖਾਨਾ ਦੇ ਸਾਹਮਣੇ ਖੜੀ ਹੋਈ ਹਾਂ ਔਰ ਖਾਸ ਤੌਰ ਤੇ ਇਸ ਜਿਹੜੇ ਛੋਟੇ ਜਿਹੇ ਇੱਕ ਹਸਪੀਟਲ ਦੀ ਜਾਂ ਕਲੀਨਿਕ ਦੀ ਜਿਹੜੀ ਖਾਸੀਅਤ ਉਹ ਇਹ ਹੈ ਕਿ ਜੋ ਸਾਡੀ ਅਮੀਰ ਵਿਰਾਸਤ ਰਹੀ ਆ ਭਾਰਤ ਦੀ ਉਸ ਦੇ ਅਕੋਰਡਿੰਗ ਲੋਕਾਂ ਦਾ ਇਲਾਜ ਕਰਦੇ ਆ ਬੇਹੱਦ ਸਸਤੇ ਰੂਪ ਦੇ ਵਿੱਚ। ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਉਹਨਾਂ ਬਿਮਾਰੀਆਂ ਦਾ ਇਲਾਜ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜਿਹੜੀਆਂ ਬਿਮਾਰੀਆਂ ਦਾ ਨਾਮ ਹੀ ਬਹੁਤ ਵੱਡਾ ਔਰ ਲੋਕ ਡਰ ਜਾਂਦੇ ਆ ਸੋਚ ਕੇ ਕਿ ਜੇ ਆਪਣੇ ਕਿਸੇ ਨੂੰ ਹੋ ਜਾਂਦੀ ਆ ਤੇ ਹੁਣ ਪੂਰੇ ਦਾ ਪੂਰਾ ਘਰ ਪੱਟਿਆ ਜਾਊਗਾ ਜੇ ਅਸੀਂ ਉਹਨਾਂ ਵੱਡੇ ਹਸਪਤਾਲਾਂ ਤੱਕ ਪਹੁੰਚ ਕਰਦੇ ਹਾਂ। ਸੋ ਇਸ ਵਕਤ ਇਸ ਛੋਟੇ ਜਿਹੇ ਇੱਕ ਹਸਪੀਟਲ ਨੂੰ ਚਲਾਉਣ ਵਾਲੇ ਤਿੰਨੋਂ ਦੇ ਤਿੰਨੋਂ ਡਾਕਟਰ ਜਿਹੜੇ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਵੈਦ ਜਗਤਾਰ ਪੰਨੂ ਜੀ ਇੱਥੋਂ ਦੀ ਮੇਨ ਜਿਹੜੇ ਆ ਅਗਵਾਈ ਕਰਦੇ ਔਰ ਲੋਕ ਜਿਹੜੇ ਇਹਨਾਂ ਕੋਲੇ ਆਉਂਦੇ ਔਰ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਜਿਨ੍ਹਾਂ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕੀ ਹਾਂ ਕਿ ਨਾਮ ਲੈਣ ਤੋਂ ਵੀ ਲੋਕ ਡਰਦੇ ਔਰ ਕਿਸੇ ਰੱਜੇ ਪੁੱਜੇ ਘਰ ਦੇ ਵਿੱਚ ਵੀ ਜੇ ਕਿਤੇ ਇਹੋ ਜਿਹੀਆਂ ਬਿਮਾਰੀਆਂ ਦੀ ਦਸਤਕ ਹੁੰਦੀ ਆ ਤੇ ਮਨ ਜਿਹੜਾ ਸਹਿਮ ਜਾਂਦਾ ਕਿ ਹੁਣ ਬਚਣਾ ਕੁਝ ਨਹੀਂ ਸਾਰਾ ਕੁਝ ਡਾਕਟਰਾਂ ਦੇ ਲੇਖੇ ਲੱਗੂਗਾ। ਸੋ ਬਹੁਤ ਬਹੁਤ ਸਵਾਗਤ ਸਰ ਤੁਹਾਡਾ। ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਮੈਂ ਜ਼ਿਕਰ ਕੀਤਾ ਔਰ ਹਾਲਾਂਕਿ ਇੱਕ ਲੇਡੀ ਡਾਕਟਰ ਵੀ ਆ ਉਹਨਾਂ ਨਾਲ ਔਰਤਾਂ ਦੀਆਂ ਬਿਮਾਰੀਆਂ ਬਾਰੇ ਵੀ ਜ਼ਿਕਰ ਕਰੂੰਗੀ। ਉਹ ਖਾਸ ਤੌਰ ਤੇ ਜਦੋਂ ਇੱਥੇ ਆਈਦਾ ਤੇ ਸਭ ਤੋਂ ਪਹਿਲਾਂ ਇਹ ਜਿਹੜਾ ਇੱਕ ਕਿਤਾਬਚਾ ਦੇ ਰੂਪ ਦੇ ਵਿੱਚ ਹੈਗਾ 3 ਪੇਜ ਆ ਇਹਦੇ 91 ਬਿਮਾਰੀਆਂ ਦਾ ਜ਼ਿਕਰ ਕੀਤਾ ਹੋਇਆ ਤੁਸੀਂ ਇਹਦੇ ਵਿੱਚ। ਸਾਰੇ ਹਸਪੀਟਲ ਇਹ ਦਾਅਵਾ ਕਰਦੇ ਆ ਕਿ ਅਸੀਂ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਇੰਨੀ ਸਿੰਪਲ ਜਗ੍ਹਾ ਦੇ ਉੱਤੇ। ਪਹਿਲਾਂ ਤਾਂ ਵੱਡੇ ਹਸਪਤਾਲਾਂ ਤੋਂ ਹੀ ਮੰਨਿਆ ਜਾਂਦਾ ਕਿ ਉਹਦੀ ਬਿਲਡਿੰਗ ਹਾਈਫਾਈ ਹੋਵੇ ਤਾਂ ਫਿਰ ਹੀ ਹਸਪੀਟਲ ਜ਼ਿਆਦਾ ਵਧੀਆ ਇਲਾਜ ਕਰਦਾ। ਤੁਹਾਡੇ ਕੋਲੇ ਖਾਸ ਕੀ ਆ ਅਲੱਗ ਕੀ ਆ ਕਿ ਲੋਕ ਤੁਹਾਡੇ ਕੋਲ ਇਸ ਤਰੀਕੇ ਨਾਲ ਆਉਂਦੇ? ਅਸੀਂ ਦਾਅਵਾ ਨਹੀਂ ਕਰਦੇ, ਅਸੀਂ ਜਿਹੜੇ ਬਿਮਾਰੀਆਂ ਨੂੰ ਜੜੋਂ ਖਤਮ ਕਰਦੇ ਹਾਂ ਜੀ। ਦਾਅਵਾ ਸ਼ਬਦ ਹੋਰ ਹੁੰਦਾ ਜੀ। ਤੇ ਨਾ ਦੇਖੋ ਜਿਵੇਂ ਇਨਸਾਨ ਵੀ ਕੁਦਰਤੀ ਆ ਜੀ। ਜਿਹੜੀ ਅੱਜ ਕੋਈ ਮੈਡੀਸਨ ਉਹ ਵੀ ਕੁਦਰਤੀ ਆ ਜੀ। ਇਸ ਕਰਕੇ ਜਿਹੜੀ ਕੁਦਰਤੀ ਤਾਂ ਦੋਨੇ ਚੀਜ਼ਾਂ ਕੁਦਰਤੀ ਹੋ ਗਈਆਂ ਉਹ ਛੇਤੀ ਅਸਰ ਕਰਦੀਆਂ ਨੇ ਜੀ। ਇੱਥੇ ਕਿਹੜੀ ਕਿਹੜੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ? ਕੈਂਸਰ ਦਾ ਨਾਮ ਬਹੁਤ ਵੱਡਾ, ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਕਿਸੇ ਵੱਡੇ ਘਰ ਦੇ ਵਿੱਚ ਵੀ ਬਿਮਾਰੀ ਦਸਤਕ ਦਿੰਦੀ ਹੈ ਤੇ ਮਨ ਸਹਿਮ ਜਾਂਦਾ ਕਿ ਹੁਣ ਇਨਸਾਨ ਤਾਂ ਜਿਹੜੀ ਤਕਲੀਫ ਭੋਗੂ ਸ਼ਾਇਦ ਪੈਸੇ ਪੱਖੋਂ ਵੀ ਕੁਝ ਬਚੇ ਨਾ। ਤੁਸੀਂ ਉਹਦੇ ਵਿੱਚ ਪਤਾ ਕੀ ਹੁੰਦਾ ਜੀ, ਜਿਹੜੀ ਬਿਮਾਰੀ ਆ ਉਹ ਇਹ ਥੋੜਾ ਜਿਹਾ ਅਮੀਰ ਆ ਜਾਂ ਗਰੀਬ ਆ ਜੀ। ਇਹ ਜੀ ਤਾਂ ਅਮੀਰਾਂ ਨੂੰ ਗਰੀਬਾਂ ਨੂੰ ਜੀ। ਹਾਂ, ਪਰ ਕਹਿਣ ਦਾ ਮਤਲਬ ਕਿ ਇਲਾਜ ਕਰਾਉਣ ਤੋਂ ਹਰ ਇੱਕ ਬੰਦਾ ਤਕੜੇ ਘਰ ਵਾਲੇ ਵੀ ਡਰ ਜਾਂਦੇ ਕਿ ਹੁਣ ਬਚਣਾ ਕੁਝ ਨਹੀਂ ਬਿਕਾਜ਼ ਉਹਦਾ ਇਲਾਜ ਬਹੁਤ ਮਹਿੰਗਾ ਮੰਨਿਆ ਜਾਂਦਾ ਔਰ ਇਹ ਵੀ ਹੁੰਦਾ ਉਮੀਦ ਕਿਤੇ ਨਾ ਕਿਤੇ ਕਿ ਸ਼ਾਇਦ ਬਚੂਗਾ ਮਰੀਜ਼ ਵੀ ਨਹੀਂ ਆਪਣੇ ਕੋਲ ਤਾਂ ਇਲਾਜ ਹੈਗਾ। ਇਲਾਜ ਤਾਂ ਦੇਖੋ ਮਹਿੰਗਾ ਹੁੰਦਾ ਕੈਂਸਰ ਦਾ, ਪਰ ਆਪਾਂ ਜਿਹੜਾ ਆਪਣੇ ਕੋਲ ਆ 3-4 ਮਹੀਨੇ ਵੱਧੋ ਵੱਧ ਜੀ ਮਨੇ ਵੱਧੋ ਵੱਧ 2-3 ਮਹੀਨੇ ਦੀ ਦਵਾਈ ਖਾਣੀ ਪੈਂਦੀ ਆਪਣੀ ਜੀ। ਆਪਾਂ ਕੈਂਸਰ ਨੂੰ ਜੜੋਂ ਖਤਮ ਕਰਦੇ ਹਾਂ। ਉਹ ਦਵਾਈ ਐਲੋਪੈਥੀ ਨਹੀਂ ਹੁੰਦੀ, ਆਯੁਰਵੈਦਿਕ ਨਹੀਂ ਆਯੁਰਵੈਦਿਕ ਹੁੰਦੀ ਹੈ ਜੀ। ਕੀ ਅਲੱਗ ਹੈ? ਤੁਸੀਂ ਮੈਂ ਤੁਹਾਡੀਆਂ 1-2 ਗੱਲਾਂ ਪਹਿਲਾਂ ਇੰਟਰਵਿਊਜ਼ ਦੇ ਵਿੱਚ ਸੁਣੀਆਂ। ਤੁਸੀਂ ਕਿਹਾ ਕਿ ਐਲੋਪੈਥੀ ਨਾਲ ਇਹ ਨਾਤਾ ਹੈ ਕਿ ਉਹ ਰੈਕਗਨਾਈਜ਼ ਕਰਦੇ ਆ ਬਿਮਾਰੀ ਨੂੰ ਪਰ ਇਲਾਜ ਅਸੀਂ ਕਰਦੇ ਹਾਂ। ਕਿਸ ਹੱਦ ਤੱਕ ਨਾਤਾ? ਨਹੀਂ ਦੇਖੋ ਪਤਾ ਕੀ ਨੇ ਨਾਤਾ ਤਾਂ ਉਹੀ ਦੱਸਦੇ ਨੇ ਵੀ ਆਹ ਬਿਮਾਰੀ ਹੈ ਜੀ। ਅਸੀਂ ਉਹਨਾਂ ਨੂੰ ਨਿੰਦਦੇ ਥੋੜਾ ਜੀ ਉਹ ਵੀ ਐਂ ਤਾਂ ਹੁਣ ਜਿਹੜੀ ਜੇ ਦੇਖਿਆ ਜਾਵੇ ਸਾਰੀ ਦੁਨੀਆ ਨੂੰ ਐਲੋਪੈਥੀ ਠੀਕ ਕਰ ਰਹੀ ਹੈ ਜੀ। ਮਤਲਬ ਆਯੁਰਵੈਦ ਯਕੀਨ ਕਰੂਗਾ ਉਹ ਠੀਕ ਹੋਊਗਾ ਜੀ। ਆਯੁਰਵੈਦ ਦੇ ਵਿੱਚ ਹਰੇਕ ਇਲਾਜ ਸੰਭਵ ਆ, ਅਸੰਭਵ ਸ਼ਬਦ ਨਹੀਂ ਹੈਗਾ ਆਯੁਰਵੈਦ ਦੇ ਵਿੱਚ ਜੀ। ਹਾਂਜੀ। ਇੱਥੇ ਜੇ ਦੇਖਿਆ ਜਾਵੇ ਜ਼ਿਆਦਾਤਰ ਮਰੀਜ਼ ਤੁਹਾਨੂੰ ਕਿਹੜੀਆਂ ਬਿਮਾਰੀਆਂ ਦੇ ਅਪਰੋਚ ਕਰਦੇ ਆ? ਜ਼ਿਆਦਾਤਰ ਹਾਈਲਾਈਟਡ ਜਿਵੇਂ ਗੋਡਿਆਂ ਦਾ ਗਰੀਸ ਮੁੱਕਿਆ ਹੁੰਦਾ ਜੀ, ਗਠੀਆ ਹੋ ਗਿਆ, ਬਾਕੀ ਹਾਰਟ ਦੀ ਪ੍ਰੋਬਲਮ ਹੋ ਗਈ, ਸਕਿਨ ਦੀ ਕੋਈ ਪ੍ਰੋਬਲਮ ਆ ਜੀ, ਕੈਂਸਰ ਹੋ ਗਿਆ ਜੀ, ਬਾਕੀ ਦਿਮਾਗ ਦੀ ਕੋਈ ਪ੍ਰੋਬਲਮ ਆ ਜੀ। ਅੱਛਾ। ਹਾਂਜੀ ਹਾਂਜੀ ਉਸ ਚੀਜ਼ ਦਾ ਵੀ ਹਾਂਜੀ ਹਾਂਜੀ ਹਾਂਜੀ। ਆਮ ਤੌਰ ਤੇ ਲੋਕਾਂ ਨੂੰ ਭੁੱਲਣ ਦਾ ਹੁੰਦਾ ਜਾਂ ਪਿਛਲੀ ਉਮਰੇ ਹੁੰਦਾ ਕਿ ਕਈ ਵਾਰ ਜੈਨੇਟਿਕ ਹੁੰਦਾ ਕਿ ਦਿਮਾਗ ਦਾ ਕੋਈ ਪਾਰਟ ਸੁੰਗੜਨਾ ਸ਼ੁਰੂ ਕਰ ਦਿੰਦਾ, ਉਹ ਸਭ ਸੰਭਵ? ਬਿਲਕੁਲ ਜੀ। ਸਾਡੇ ਕੋਲ ਮੰਨ ਲਓ ਕਿਸੇ ਨੂੰ ਕੋਈ ਮੰਨ ਲਓ ਡਿਮੈਂਸ਼ੀਆ ਹੈ, ਅਲਜ਼ਾਈਮਰ ਆ, ਪਲੱਸ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਬਈ ਆਪਣਾ ਰਾਤ ਹੋ ਗਈ ਆਪਣਾ ਡਿਪਰੈਸ਼ਨ ਵਗੈਰਾ। ਅਸੀਂ ਡਿਪਰੈਸ਼ਨ ਨੂੰ ਤਾਂ ਬਹੁਤ ਹੀ ਆਪਣੇ ਕੋਲ ਛੋਟੀ ਬਿਮਾਰੀ ਮੰਨਦੇ ਹਾਂ ਜੀ। ਅਸੀਂ ਬਹੁਤ ਘੱਟ ਸਮੇਂ ਠੀਕ ਕਰ ਦਿੰਦੇ ਜੀ, ਵੱਧੋ ਵੱਧ 1-2 ਮਹੀਨੇ ਬਸ। ਮੰਨ ਲਓ ਦਿਮਾਗ ਨਾਲ ਕੋਈ ਵੀ ਸੰਬੰਧਿਤ ਬਿਮਾਰੀ ਹੈ ਜੀ ਸਾਡੇ ਕੋਲ ਹਰੇਕ ਇਲਾਜ ਸੰਭਵ ਆ।
ਹਰਨੀਆਂ ਵਗੈਰਾ ਦਾ ਜਿਵੇਂ ਹੁਣ ਆਪਾਂ ਜ਼ਿਕਰ ਕਰ ਲਿਆ, ਆਮ ਤੌਰ ਤੇ ਤਾਂ ਕਿਹਾ ਜਾਂਦਾ ਵੀ ਆਪਰੇਟ ਹੀ ਕਰਾਉਣਾ ਪੈਂਦਾ, ਬਾਅਦ ਦੇ ਵਿੱਚ ਵੀ ਫਿਰ ਵੀ ਕਹਿੰਦੇ ਹਵਾ ਭਰਨੀ ਸ਼ੁਰੂ ਹੋ ਜਾਂਦੀ ਆ। ਜਦੋਂ ਅਸੀਂ ਹਰਨੀਆਂ ਠੀਕ ਕਰਦੇ ਹਾਂ ਜੀ, ਸਾਡੀ ਦਵਾਈ 3 ਮਹੀਨੇ ਖਾਣੀ ਆ। ਅੱਛਾ ਜ਼ਿੰਦਗੀ 'ਚ ਕਦੇ ਵੀ ਦੁਬਾਰਾ ਆਪਰੇਸ਼ਨ ਨਹੀਂ ਕਰਾਉਣਾ ਪਊਗਾ ਜੀ। ਅੱਛਾ। ਹਾਂਜੀ ਆਮ ਤੌਰ ਤੇ ਹੁੰਦਾ ਕਿ ਆਪਰੇਟ ਹੋਣ ਤੋਂ ਬਾਅਦ ਦੁਬਾਰਾ ਹੋ ਜਾਂਦੀ ਨਹੀਂ, ਪਰ ਸਾਡੇ ਕੋਲੋਂ ਨਹੀਂ ਜੀ। ਜਦੋਂ ਆਜੋਬੈਟ ਠੀਕ ਕਰੂਗਾ ਜੀ, ਉਹ ਦੁਬਾਰਾ ਨਹੀਂ ਹੋਊਗਾ ਜੀ। ਪੱਥਰੀਆਂ ਦਾ ਵੀ ਬਹੁਤ ਹੁੰਦਾ ਪੱਥਰੀ ਚਾਹੇ ਪਿੱਤੇ ਦੀ ਪੱਥਰੀ ਆ ਜੀ, ਹਾਂ ਅਸੀਂ ਪਿੱਤੇ ਦੀ ਪੱਥਰੀ ਵੀ ਕੱਢਦੇ ਹਾਂ ਜੀ। ਆਪਰੇਟ ਕਰਾਉਂਦੇ ਆ ਲੋਕ। ਨਹੀਂ ਆਪਰੇਟ ਨਹੀਂ ਜੀ, ਨਹੀਂ ਲੋਕ ਤਾਂ ਆਪਰੇਟ ਕਰਦੇ, ਅਸੀਂ ਤਾਂ ਬਿਨਾਂ ਆਪਰੇਸ਼ਨ ਕਰਦੇ ਹਾਂ ਜੀ। ਹਾਂ ਅਸੀਂ ਤਾਂ ਮੈਡੀਸਨ ਨਾਲ ਕੱਢਦੇ ਹਾਂ ਆਪਣੇ ਨਾਲ ਜੀ। ਉਹ ਰਸੌਲੀਆਂ ਬੱਚਿਆਂ ਦੇ ਵਿੱਚ ਜੀ, ਅਸੀਂ ਰਸੌਲੀਆਂ ਵੀ ਕੱਢਦੇ ਹਾਂ। ਮੈਂ ਤੁਹਾਡੇ ਕੋਲੇ ਫਿਰ ਵਾਪਸ ਆਉਂਗੀ, ਮੇਰੇ ਨਾਲ ਡਾਕਟਰ ਦੀਕਸ਼ਾ ਤੇ ਮਨਦੀਪ ਜੀ ਵੀ ਮੌਜੂਦ ਨੇ। ਲੇਡੀਜ਼ ਦਾ ਜੇ ਜ਼ਿਕਰ ਕਰ ਲਈਏ ਤੇ ਇਸ ਵੇਲੇ ਅਨੀਮੀਆ ਬਹੁਤ ਵੱਡੇ ਲੈਵਲ ਤੇ, ਇੱਕ ਤਾਂ ਹੁੰਦਾ ਕਿ ਫਿਰ ਮੈਂ ਉਸ ਗੱਲ ਤੇ ਆਉਂਦੀ ਵੀ ਪਿੱਤਰ ਕੀ ਇੱਕ ਸੋਚ ਹੁੰਦੀ ਆ ਕਿ ਪਾਲਣ ਪੋਸ਼ਣ ਕੁਝ ਉਸ ਤਰੀਕੇ ਦਾ ਹੋ ਜਾਂਦਾ ਕਿ ਜਿਹਦੇ ਵਿੱਚ ਲੱਗਦਾ ਹੁੰਦਾ ਕਿ ਸ਼ਾਇਦ ਔਰਤਾਂ ਦੇ ਲਈ ਖੁਰਾਕ ਉਨੀ ਜ਼ਰੂਰੀ ਨਹੀਂ ਤੇ ਔਰਤਾਂ ਖੁਦ ਵੀ ਕੁਤਾਹੀ ਕਰਦੀਆਂ ਇਸ ਚੀਜ਼ ਦੇ ਵਿੱਚ, ਹਨਾ। ਕੀ ਲੱਗਦਾ ਕਿ ਪਹਿਲਾਂ ਤਾਂ ਖਾਣ ਪੀਣ ਦੇ ਨਾਲ ਆਯੁਰਵੇਦ ਤਾਂ ਖੈਰ ਸਾਡੇ ਘਰਾਂ ਦੀਆਂ ਰਸੋਈਆਂ ਦੇ ਵਿੱਚ ਤੋਂ ਹੀ ਸ਼ੁਰੂ ਹੋ ਜਾਂਦਾ। ਕਿਹੜੀਆਂ ਮੇਨ ਪ੍ਰੋਬਲਮਸ ਜਿਹੜੀਆਂ ਲੇਡੀਜ਼ ਇੱਥੇ ਲੈ ਕੇ ਆਉਂਦੀਆਂ ਜਿਹਦਾ ਐਲੋਪੈਥੀ ਦੇ ਨਾਲੋਂ ਆਯੁਰਵੇਦ ਦੇ ਵਿੱਚ ਬਿਹਤਰ ਇਲਾਜ ਜਿਹੜਾ ਤੁਹਾਨੂੰ ਲੱਗਦਾ ਹੈਗਾ? ਦੇਖੋ, ਔਰਤਾਂ ਦੀ ਕੋਈ ਵੀ ਦਿੱਕਤ ਹੋਵੇ, ਜਿਵੇਂ ਕਿ ਡੇਟ ਪ੍ਰੋਪਰ ਨਾ ਆਣੀ, ਘੱਟ ਆਣਾ ਜਾਂ ਜ਼ਿਆਦਾ ਆਣਾ, ਜਾਂ ਰਸੌਲੀਆਂ ਹੋਣੀਆਂ, ਪਾਣੀ ਵਾਲੀ ਰਸੌਲੀਆਂ ਜਿਹਨੂੰ ਆਪਾਂ ਕਾਮਨਲੀ ਕਹਿ ਦਿੰਦੇ ਅੱਜ ਕੱਲ੍ਹ PCOD ਹੋ ਗਿਆ ਨਾ, PCOD ਹੋ ਗਿਆ, ਜਾਂ ਕੋਈ ਵੀ ਕਨਸੀਵ ਨੂੰ ਲੈ ਕੇ ਕੋਈ ਦਿੱਕਤ ਹੋ ਗਈ, ਕੋਈ ਇਨਫਰਟੀਲਿਟੀ ਇਸ਼ੂ ਹੋ ਗਿਆ, ਬੱਚਾ ਕਨਸੀਵ ਨਹੀਂ ਹੋ ਰਿਹਾ, ਉਹਦੇ ਬਹੁਤ ਰੀਜ਼ਨ ਹੋ ਸਕਦੇ ਵੀ ਕਿਉਂ ਨਹੀਂ ਹੋ ਰਿਹਾ। ਅਸੀਂ ਉਸ ਰੀਜ਼ਨ ਨੂੰ ਦੇਖ ਕੇ ਉਸ ਚੀਜ਼ ਦਾ ਟਰੀਟਮੈਂਟ ਕਰਦੇ ਹਾਂ। ਤੇ ਅਗਰ ਬੱਚੇ ਦੀ ਗਰੋਥ ਨਹੀਂ ਹੋ ਰਹੀ ਤਾਂ ਉਸ ਚੀਜ਼ ਦੀ ਵੀ ਅਸੀਂ ਪ੍ਰੋਪਰ ਮਤਲਬ ਮੈਡੀਸਿਨ ਦਿੰਦੇ ਹਾਂ। ਜਿਵੇਂ ਟਾਈਮ ਜਿਹੜਾ ਪੂਰਾ ਚੱਲਦਾ ਕਨਸੀਵ ਦਾ 9 ਮਹੀਨੇ ਦਾ, ਅਸੀਂ 9 ਮਹੀਨੇ ਪੂਰੇ ਮੈਡੀਸਿਨ ਖਿਲਾਉਂਦੇ ਹਾਂ ਤਾਂ ਕਿ ਨਾ ਤਾਂ ਕੋਈ ਅਬੋਰਸ਼ਨ ਹੋਵੇ, ਕੋਈ ਮਿਸਕੈਰੇਜ ਨਾ ਹੋਵੇ, ਪਲੱਸ ਜਿਹੜੀ ਬੱਚੇ ਦੀ ਗਰੋਥ ਆ ਉਹ ਵੀ ਪ੍ਰੋਪਰ ਹੋਵੇ। ਔਰਤਾਂ ਦੇ ਵਿੱਚ ਡਿਪਰੈਸ਼ਨ ਨੂੰ ਲੈ ਕੇ ਇੱਕ ਵੱਡਾ ਮਸਲਾ ਹੈ, ਹਨਾ। ਔਰਤ ਜੇ ਘਰ ਦੇ ਵਿੱਚ ਆ ਤੇ ਉਹ ਘਰ ਦੇ ਵਿੱਚ ਵੀ ਡਿਪਰੈਸ਼ਨ ਦੀ ਸ਼ਿਕਾਰ ਹੈ। ਜੇ ਔਰਤ ਘਰ ਤੇ ਬਾਹਰ ਦੋਨਾਂ ਜਗ੍ਹਾ ਤੇ ਕੰਮ ਕਰ ਰਹੀ ਆ ਤਾਂ ਵੀ ਆ। ਔਰ ਸਭ ਤੋਂ ਵੱਡਾ ਡਿਪਰੈਸ਼ਨ ਜਿਹੜਾ ਸਾਨੂੰ ਆਮ ਤੌਰ ਤੇ ਕੁੜੀਆਂ ਨੂੰ ਹੋ ਜਾਂਦਾ ਹੈ, ਪੀਰੀਅਡਸ ਜਦੋਂ ਇਰੈਗੂਲਰ ਹੁੰਦੇ ਆ ਉਹਦੇ ਨਾਲ ਬਹੁਤ ਸਾਰੀਆਂ ਦਿੱਕਤਾਂ, ਚਾਹੇ ਫੇਸ ਤੇ ਪਿੰਪਲ ਹੋ ਗਏ, ਬਲੈਮਿਸ਼ਸ ਹੋ ਗਈਆਂ, ਹੇਅਰਸ ਗਰੋਥ ਜਿਹੜੀ ਹੋ ਗਈ, ਉਹ ਸਾਰੀਆਂ ਚੀਜ਼ਾਂ। ਇਸ ਚੀਜ਼ ਦਾ ਇਲਾਜ ਕਿਵੇਂ ਹੁੰਦਾ ਇੱਥੇ ਸੰਭਵ? ਦੇਖੋ, ਜਿਹੜੇ ਤਾਂ ਆਪਣੇ ਬਲੈਮਿਸ਼ਸ ਦੀ ਗੱਲ ਕਰਦੇ ਹਾਂ ਆਪਾਂ, ਛਾਈਆਂ ਦੀ ਗੱਲ ਕਰਦੇ ਹਾਂ ਨਾ, ਉਸ ਚੀਜ਼ ਦੀ ਵੀ ਸਾਡੇ ਕੋਲ ਮੈਡੀਸਿਨ ਹੈ। ਸਾਡੇ ਕੋਲ ਕੋਈ ਕਰੀਮਸ ਜਾਂ ਕੁਝ ਅਸੀਂ ਐਸ ਸੱਚ ਅਪਲਾਈ ਕਰਨ ਨੂੰ ਨਹੀਂ ਦਿੰਦੇ, ਸਿਰਫ ਖਾਣ ਵਾਲੀ ਮੈਡੀਸਿਨ ਹੈ, ਇੱਕ ਟਾਈਮ ਖਾਣੀ ਆ ਬਸ ਤੁਸੀਂ। ਜੇ ਅੰਦਰ ਤੋਂ ਇਲਾਜ ਹੋ ਜੂ ਤੇ ਬਾਹਰ ਮੇਰੇ ਖਿਆਲ ਚ ਹਾਂ ਬਿਲਕੁਲ, ਉਹ ਜਦ ਆਪਣੇ ਅੰਦਰੋਂ ਹੀ ਆਪਣੇ ਸਾਰਾ ਕੁਝ ਸਹੀ ਹੋ ਗਿਆ ਤਾਂ ਆਪਾਂ ਨੂੰ ਕੋਈ ਬਲੈਮਿਸ਼ਸ ਜਾਂ ਕੋਈ ਮੈਂਸਸ ਰਿਲੇਟਡ ਜਾਂ ਕੋਈ ਹੋਰ ਕੰਪਲਿਕੇਸ਼ਨ ਉਹਦੇ ਰਿਲੇਟਡ ਕਦੇ ਕੁਝ ਨਹੀਂ ਹੋਊਗੀ। ਤੁਹਾਡੇ ਕੋਲੇ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਖਾਸ ਤੌਰ ਤੇ ਜਦੋਂ ਅਸੀਂ ਕਹਿੰਦੇ ਤਰੱਕੀ ਬਹੁਤ ਕਰ ਲਈ ਆ, ਅਸੀਂ ਜਾਗਰੂਕ ਵੀ ਹੋ ਗਏ ਆ ਨਾ ਕਿ ਜੂਸ ਲੈਣਾ ਹੈ ਜਾਂ ਜੰਕ ਫੂਡ ਨਹੀਂ ਖਾਣਾ, ਉਹਦੇ ਬਾਵਜੂਦ ਵੀ ਮੈਕਸਿਮਮ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਲੈ ਕੇ ਤੁਹਾਡੇ ਕੋਲੇ ਔਰਤਾਂ ਪਹੁੰਚ ਕਰਦੀਆਂ? ਸਾਡੇ ਕੋਲ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਰਸੌਲੀਆਂ ਪਾਣੀ ਵਾਲੀਆਂ ਹੋ ਗਈਆਂ, ਜਾਂ ਦੂਸਰੀ ਰਸੌਲੀਆਂ ਹੋ ਗਈਆਂ, ਜਾਂ ਕਾਮਨਲੀ ਆਪਾਂ ਕਹਿੰਦੇ ਹੇਅਰ ਫਾਲ। ਹੇਅਰ ਫਾਲ ਤਾਂ ਮਤਲਬ ਬਹੁਤ, ਅਗਰ ਕੋਈ ਲੇਡੀ ਆ ਰਹੀ ਹੈ, ਅਗਰ ਕਿਸੇ ਹੋਰ ਚੀਜ਼ ਦੀ ਮੈਡੀਸਿਨ ਵੀ ਲੈ ਰਹੀ ਹੈ ਤਾਂ ਉਹ ਜ਼ਰੂਰ ਕਹੇਗੀ ਮੇਰੇ ਤਾਂ ਵਾਲ ਬਹੁਤ ਝੜਦੇ ਨੇ ਜੀ। ਮਤਲਬ ਉਹ ਤਾਂ ਹੈ ਹੀ ਹੈ ਕਿ ਉਹਦੇ ਲਈ ਅਸੀਂ ਹੇਅਰ ਆਇਲ ਦਿੰਦੇ ਹਾਂ ਅਪਲਾਈ ਕਰਨ ਲਈ, ਜਿਹਦੇ ਨਾਲ ਕਿ ਤੁਹਾਡਾ ਹੇਅਰ ਫਾਲ ਬਿਲਕੁਲ ਖਤਮ ਹੋ ਜਾਂਦਾ। ਈਵਨ ਅਗਰ ਤੁਹਾਡੇ ਵਾਲਾਂ ਦੀ ਗਰੋਥ ਨਹੀਂ ਹੋ ਰਹੀ, ਆਪਾਂ ਜ਼ਰੂਰੀ ਨਹੀਂ ਹੈ ਵੀ ਹੇਅਰ ਫਾਲ ਹੋ ਰਿਹਾ ਹੋਵੇ, ਤਾਂ ਅਗਰ ਗਰੋਥ ਵੀ ਨਹੀਂ ਹੋ ਰਹੀ ਤਾਂ ਪ੍ਰੋਪਰ ਗਰੋਥ ਵੀ ਹੋਊਗੀ। ਡਾਕਟਰ ਦੀਕਸ਼ਾ, ਜਿਹੜੀ ਖਾਸ ਤੌਰ ਤੇ ਮੈਂ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦੀ ਹਾਂ, ਟੀਨ ਏਜ ਦੇ ਵਿੱਚ ਹੀ ਪ੍ਰੋਬਲਮ ਬਹੁਤ ਸਾਰੀਆਂ ਸ਼ੁਰੂ ਹੋ ਗਈਆਂ। ਆਮ ਤੌਰ ਤੇ ਅੱਗੇ ਹੁੰਦਾ ਸੀ ਕਿ ਪੀਰੀਅਡਸ ਦਾ ਇੱਕ ਸਮਾਂ ਹੁੰਦਾ ਸੀ, ਹੁਣ ਇੱਕ ਤਾਂ ਸਮੇਂ ਤੋਂ ਥੋੜਾ ਜਿਹਾ ਜ਼ਿਆਦਾ ਪਹਿਲਾਂ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ, ਉਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਦਿੱਕਤਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਐਲੋਪੈਥੀ ਕਿੰਨੀ ਡੇਂਜਰ ਸਾਬਤ ਹੁੰਦੀ ਆ, ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾ ਕੇ ਜੇ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਛੋਟੀ ਉਮਰ ਦੇ ਵਿੱਚ ਬੱਚੀਆਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਉਹਦਾ ਇਲਾਜ ਕਰਦੇ ਆ, ਕਿ ਉਹਦਾ ਵੱਡੀ ਉਮਰ ਤੱਕ ਕੋਈ ਸਾਈਡ ਇਫੈਕਟ ਦਿਖਦਾ ਜਾਂ ਨਹੀਂ ਦਿਖਦਾ? ਦੇਖੋ, ਮੈਂ ਐਲੋਪੈਥੀ ਉਹਨਾਂ ਦਾ ਟਰੀਟਮੈਂਟ ਦਾ ਢੰਗ ਅਲੱਗ ਹੈ, ਉਹਨਾਂ ਦੀ ਪੈਥੀ ਅਲੱਗ ਹੈ, ਸਾਡੀ ਆਯੁਰਵੈਦਿਕ ਦੀ ਪੈਥੀ ਅਲੱਗ ਹੈ। ਜੇ ਆਪਾਂ ਟੀਨੇਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੀ ਆਪਣੀ ਲਾਈਫ ਸਟਾਈਲ ਐਵੇਂ ਦੀ ਹੋ ਗਈ, ਸੈਡੈਂਟਰੀ ਲਾਈਫ ਸਟਾਈਲ ਹੋ ਗਈ ਹੈ। ਮਤਲਬ ਕੋਈ ਕੰਮ ਨਹੀਂ ਕਰਨਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਅੱਜ ਕੱਲ੍ਹ ਖਾਣ ਪੀਣ, ਹਾਂ ਅੱਜ ਕੱਲ੍ਹ ਜੰਕ ਫੂਡ ਜਿਹੜਾ ਬਹੁਤ ਜ਼ਿਆਦਾ ਚੱਲਿਆ ਹੋਇਆ, ਆਪਾਂ ਇਹ ਨਹੀਂ ਖਾਣਾ, ਅੱਜ ਕੱਲ੍ਹ ਇੰਨਾ ਜ਼ਿਆਦਾ ਚੱਲਿਆ ਹੋਇਆ, ਆਪਾਂ ਆਰਡਰ ਕਰ ਦਿੰਦੇ, ਆਪਾਂ ਨੂੰ ਘਰ ਬੈਠੇ ਚੀਜ਼ ਮਿਲ ਜਾਂਦੀ ਆ। ਮੇਨ ਚੀਜ਼ ਇਹ ਹੈ, ਪਹਿਲਾਂ ਹੁੰਦਾ ਸੀਗਾ ਕਿ ਕਦੇ ਹੀ ਆਪਾਂ ਕੋਈ ਫੰਕਸ਼ਨ ਹੋਇਆ ਕੁਛ, ਆਪਾਂ ਤਦ ਜਾਣਾ। ਅੱਜ ਕੱਲ੍ਹ ਤੁਸੀਂ ਘਰੇ ਆਰਡਰ ਕਰੋ, ਫੋਨ ਹੈਗੇ ਆ ਤੁਹਾਡੇ ਕੋਲ, ਖਾਣਾ ਹਾਜ਼ਰ ਹੈ। ਉਸ ਚੀਜ਼ ਦਾ ਸਾਈਡ ਇਫੈਕਟ ਪੈਂਦਾ ਹੈ, ਬਿਲਕੁਲ ਹੈ, ਬਿਲਕੁਲ ਹੈ। ਹਾਂ, ਜੇ ਅਸੀਂ ਬਹੁਤ ਛੋਟੀ ਉਮਰ ਤੋਂ ਹੀ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਤੇ ਉਸ ਚੀਜ਼ ਦੀਆਂ ਕੀ ਦਿੱਕਤਾਂ ਜਿਹੜੀਆਂ ਸਾਹਮਣੇ ਆ ਸਕਦੀਆਂ ਜਿਹਦਾ ਇਲਾਜ ਆਯੁਰਵੇਦ ਦੇ ਵਿੱਚ ਹੈਗਾ?
ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਜਲਦੀ ਜੇ ਤੁਸੀਂ ਦਵਾਈ ਖਾਣਾ ਤਾਂ ਉਹਦਾ ਕੋਈ ਸਾਈਡ ਇਫੈਕਟ ਹੋਊਗਾ। ਦੇਖੋ ਜਿਹੜੀ ਚੀਜ਼ ਸਹੀ ਟਾਈਮ ਤੇ ਫੜੀ ਜਾਵੇ ਉਹਦਾ ਇਲਾਜ ਹੋਵੇ ਤਾਂ ਉਹ ਬੈਟਰ ਹੀ ਆ। ਚਾਹੇ ਉਹ ਟੀਨੇਜ ਹੋਵੇ ਤੇ ਚਾਹੇ ਉਹ ਅਡਲਟ ਦੇ ਵਿੱਚ ਹੋਵੇ। ਜੇ ਤੁਸੀਂ ਬਿਮਾਰੀ ਨੂੰ ਲੇਟ ਜਿੰਨਾ ਹੀ ਲੇਟ ਕਰੀ ਜਾਓਗੇ, ਚਾਹੇ ਉਹ ਐਲੋਪੈਥੀ ਚਾਹੇ ਉਹ ਆਯੁਰਵੈਦਿਕ ਆ, ਤਾਂ ਉਨਾ ਹੀ ਟਾਈਮ ਉਹ ਕੰਜ਼ਿਊਮ ਕਰੂਗਾ ਕਿਸੇ ਵੀ ਬਿਮਾਰੀ ਨੂੰ ਠੀਕ ਹੋਣ ਲਈ, ਚਾਹੇ ਉਹ ਕੁਝ ਵੀ ਆ। ਪਰ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਪੇਸ਼ੈਂਟਸ ਨੂੰ ਕਿ ਤੁਸੀਂ ਕੋਈ ਵੀ ਦਿੱਕਤ ਆ ਤੁਸੀਂ ਟਾਈਮ ਰਹਿੰਦੇ ਆਓ, ਐਟਲੀਸਟ ਉਹਨੂੰ ਲੰਬਾ ਨਾ ਖਿੱਚੋ ਤਾਂ ਕਿ ਉਹ ਇੰਨੀ ਕੰਪਲਿਕੇਸ਼ਨ ਵੱਧ ਜਾਵੇ ਕਿ ਤੁਹਾਡਾ ਇਲਾਜ ਹੋਰ ਲੇਟ ਹੋਵੇ, ਜਾਂ ਕਈ ਵਾਰ ਕਿਸੇ ਚੀਜ਼ ਦਾ ਹੁੰਦਾ ਕਿ ਇਲਾਜ ਨਹੀਂ ਵੀ ਹੋ ਪਾਉਂਦਾ। ਤਾਂ ਐਟਲੀਸਟ ਟਾਈਮ ਰਹਿੰਦੇ ਹਰ ਇੱਕ ਚੀਜ਼ ਦਾ ਆਪਣਾ ਇਲਾਜ ਕਰਵਾਓ। ਜਿਸ ਤਰ੍ਹਾਂ ਡਾਕਟਰ ਦੀਕਸ਼ਾ ਨੇ ਕਿਹਾ ਕਿ ਪਹਿਲਾਂ ਜਿਹੜਾ ਫੜ ਲੈਣਾ ਚਾਹੀਦਾ, ਇਹ ਸਾਡੀ ਪੰਜਾਬੀਆਂ ਦੀ ਆਦਤ ਹੈ ਕਿ ਮਾਈਗ੍ਰੇਨ ਹੋ ਜਾਂਦਾ 5-7 ਸਾਲ ਨਿਕਲ ਜਾਂਦੇ, ਉਹਨੂੰ ਲੱਗਦਾ ਵੀ ਸਿਰ ਜਿਹਾ ਤਾਂ ਦੁਖਦਾ ਰਹਿੰਦਾ, ਆਦਤ ਬਣ ਗਈ ਆ, ਚਾਹ ਬਣਾ ਕੇ ਪੀ ਲਓ ਜੀ, ਜਾਂ ਫਿਰ ਉਹ ਹਰੇ ਪੰਨੇ ਵਾਲੀ ਗੋਲੀ ਪੰਜਾਬੀਆਂ ਨੇ ਯਾਦ ਕੀਤੀ ਉਹ ਖਾ ਲਓ, ਗੱਲ ਖਤਮ। ਇਹ ਸਾਰੀਆਂ ਚੀਜ਼ਾਂ ਕਿੰਨੀਆਂ ਖਤਰਨਾਕ ਸਾਬਤ ਹੋ ਸਕਦੀਆਂ, ਔਰ ਆਯੁਰਵੈਦ ਦਾ ਕੋਈ ਸਾਈਡ ਇਫੈਕਟ ਨਹੀਂ ਆ। ਕਹਿੰਦੇ ਹੁੰਦੇ ਕਿ ਹੋਮਿਓਪੈਥੀ ਵਾਂਗੂ ਜੇ ਆਰਾਮ ਨਹੀਂ ਆਊਗਾ, ਘੱਟੋ ਘੱਟ ਸਾਈਡ ਇਫੈਕਟ ਕੋਈ ਨਹੀਂ ਹੋਊਗਾ, ਜੜੀ ਬੂਟੀਆਂ ਕੁਝ ਚੰਗਾ ਅਸਰ ਹੀ ਪਾਉਣਗੀਆਂ। ਕੀ ਲੱਗਦਾ ਕਿ ਕਿੰਨੀ ਛੇਤੀ ਹਰੇ ਪੰਨੇ ਵਾਲੀ ਗੋਲੀ ਨਾਲ ਨਾ ਸਾਰ ਕੇ ਰੈਕਗਨਾਈਜ਼ ਕਰਾਉਣੀ ਕਿੰਨੀ ਜ਼ਰੂਰੀ ਹੈ? ਵੈਸੇ ਇਹ ਚੀਜ਼ ਤਾਂ ਉਹ ਐਲੋਪੈਥਿਕ ਮੈਡੀਸਿਨ ਆ, ਉਹਨੂੰ ਤਾਂ ਐਲੋਪੈਥਿਕ ਡਾਕਟਰ ਵੀ ਇਸ ਚੀਜ਼ ਨੂੰ ਕਹਿੰਦੇ ਆ ਵੀ ਜਿਹੜੀ ਹਰੇ ਪੰਨੇ ਵਾਲੀ ਗੋਲੀ ਆ ਜੇ ਤੁਸੀਂ ਜ਼ਿਆਦਾ ਖਾਓਗੇ ਤੁਹਾਡੀਆਂ ਕਿਡਨੀਆਂ ਖਰਾਬ ਕਰ ਦੇਗੀ। ਇਸ ਲਈ ਉਹ ਚੀਜ਼ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਆ। ਆਪਾਂ ਜੇ ਕੋਈ ਦਿੱਕਤ ਆ, ਇੱਕ ਆਪਣੀ ਆਦਤ ਹੋ ਚੁੱਕੀ ਹੋਈ ਆ ਵੀ ਘਰ ਦੇ ਜੋਗੀ ਬਣੀ ਬੈਠੇ ਆ ਹਰ ਇੱਕ ਬੰਦਾ, ਠੀਕ ਆ। ਕੋਈ ਵੀ ਬਿਮਾਰੀ ਆਪਾਂ ਜੇ ਕੋਈ ਰਿਸ਼ਤੇਦਾਰ ਵੀ ਕਾਲ ਕਰਦਾ ਆਪਾਂ ਉਹਨੂੰ ਫੋਨ ਤੇ ਜਦੇ ਕਹਿੰਦੇ ਨੇ ਅੱਛਾ ਆਹ ਲੈ ਲਾ, ਮੈਂ ਠੀਕ ਹੋ ਗਿਆ ਤੈਂ ਵੀ ਠੀਕ ਹੋ ਜਾਣਾ, ਪਰ ਸਰੀਰ ਤਾਂ ਅਲੱਗ ਆ ਹਰ ਇੱਕ ਬੰਦੇ ਦਾ। ਇਸ ਲਈ ਆਪਸ 'ਚ ਇਹ ਸਲਾਹ ਹਰ ਇੱਕ ਨੂੰ ਦੇਣ ਦੀ ਬਜਾਏ ਉਹਨੂੰ ਇਹ ਕਹੋ ਵੀ ਜੇ ਤੈਨੂੰ ਦਿੱਕਤ ਆ ਰਹੀ ਹੈ ਤੂੰ ਚੈੱਕ ਕਰਾ ਯਾਰ, ਉਹਦੇ ਲਈ ਪ੍ਰੋਪਰ ਦੇਖ, ਠੀਕ ਹੈ। ਇੱਕ ਅੱਧੀ ਵਾਰ ਕੋਈ ਦਿੱਕਤ ਹੋ ਗਈ ਤੁਸੀਂ ਦਵਾਈ ਲੈ ਲਈ ਤਾਂ ਅਲੱਗ ਚੀਜ਼ ਆ, ਪਰ ਉਹਨੂੰ ਆਦਤ ਨਾ ਬਣਾਓ ਰੂਟੀਨ ਦੇ ਵਿੱਚ, ਤੇ ਟਾਈਮ ਰਹਿੰਦੇ ਹੀ ਉਹਦਾ ਚੈੱਕਅਪ ਕਰਾਓ। ਕੋਈ ਵੀ ਦਿੱਕਤ ਆ ਤਾਂ ਉਹਦਾ ਇਲਾਜ ਕਰਵਾਓ ਟਾਈਮ। ਇੱਥੇ ਜਦੋਂ ਮਰੀਜ਼ ਆਉਂਦੇ ਆ ਕਈ ਵਾਰੀ ਹੁੰਦਾ ਹੈ ਜਿਵੇਂ ਕਿਹਾ ਕਿ ਪਹਿਲੀ ਤਾਂ ਗੱਲ ਇਹ ਗਾਰੰਟੀ ਆ ਕਿਉਂਕਿ ਅਸੀਂ ਪੰਜਾਬ 'ਚ ਖੜੇ ਆ ਔਰ ਸਾਡੇ ਲੋਕਾਂ ਦੀ ਆਦਤ ਆ ਫਰਸਟ ਸਟੇਜ ਤੇ ਕੋਈ ਬੰਦਾ ਆਉਂਦਾ ਹੀ ਨਹੀਂ ਤੁਹਾਡੇ ਕੋਲ। ਇਹ ਮੈਨੂੰ ਐਂ ਲੱਗਦਾ ਵੀ ਪੁੱਛਣ ਦੀ ਵੀ ਜ਼ਰੂਰਤ ਨਹੀਂ, ਫਰਸਟ ਸਟੇਜ ਤੇ ਕੋਈ ਬੰਦਾ ਨਹੀਂ ਪਹੁੰਚਦਾ, ਪੰਜਾਬੀ ਇਹ ਨਹੀਂ ਕਰਦੇ ਹੈ ਨਾ। ਉਸ ਤੋਂ ਬਾਅਦ ਜਦੋਂ ਸੈਕਿੰਡ ਜਾਂ ਥਰਡ ਸਟੇਜ ਤੇ ਤੁਹਾਡੇ ਕੋਲ ਆਉਂਦੇ, ਚਾਹੇ ਉਹ ਕਿਸੇ ਵੀ ਬਿਮਾਰੀ ਦੀ ਹੋਵੇ, ਕੈਂਸਰ ਦੀ ਸਰ ਨੇ ਗੱਲ ਕੀਤੀ ਆ ਉਹਦੇ ਤੇ ਵੀ ਮੈਂ ਆਉਂਗੀ, ਕਿਸੇ ਵੀ ਬਿਮਾਰੀ ਦੀ ਗੱਲ ਹੋਵੇ, ਫਿਰ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ? ਆਯੁਰਵੇਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੰਭਵ ਆ ਵੀ ਜਦੋਂ ਲੋੜ ਤੋਂ ਜ਼ਿਆਦਾ ਚੀਜ਼ ਹੋਗੀ? ਨਹੀਂ, ਆਯੁਰਵੇਦ ਕੀ ਹੈ ਜੀ, ਆਯੁਰਵੇਦ ਨੇ ਹਰ ਇੱਕ ਚੀਜ਼ ਦਾ ਇਲਾਜ ਕਰਨਾ, ਕਿਉਂਕਿ ਪੁਰਾਣੀ ਪੈਥੀ ਆ, ਆਪਾਂ ਨੂੰ ਵੀ ਇਸ ਚੀਜ਼ ਦਾ ਪਤਾ ਵੀ ਕਿੰਨੇ ਟਾਈਮਾਂ ਤੋਂ ਚੱਲੀ ਆ ਰਹੀ ਹੈ ਇਹ ਚੀਜ਼, ਤਾਂ ਇਹ 'ਚ ਹਰ ਇੱਕ ਚੀਜ਼ ਦਾ ਇਲਾਜ ਸੰਭਵ ਹੈ। ਇਹ ਨਹੀਂ ਹੈਗਾ ਵੀ ਨਹੀਂ ਹੋਏਗਾ। ਹੁਣ ਸਾਡੇ ਕੋਲੇ ਆ ਕਈ ਪੇਸ਼ੈਂਟ ਆਉਂਦੇ ਆ ਪਿੱਤੇ ਦੀ ਪੱਥਰੀ ਦੇ, ਜਦ ਤੱਕ ਅਸੀਂ ਵੀ ਐਲੋਪੈਥਿਕ ਪ੍ਰੈਕਟਿਸ, ਹੁਣ ਠੀਕ ਹੈ BMS ਅੱਜ ਕੱਲ੍ਹ ਆਯੁਰਵੈਦਿਕ ਦਾ ਇਹ ਹੋ ਗਿਆ ਹੋਇਆ, ਐਲੋਪੈਥਿਕ ਪ੍ਰੈਕਟਿਸ ਵੱਲ ਜ਼ਿਆਦਾ ਭੱਜਦੇ ਆ ਕਿਉਂਕਿ ਲੋਕਾਂ ਦਾ ਰੁਝਾਨ ਉੱਧਰ ਆ। ਜੇ ਲੋਕਾਂ ਦਾ ਰੁਝਾਨ ਆਪਣੇ ਆਯੁਰਵੇਦ ਵੱਲ ਆਵੇ ਤਾਂ ਲੋਕ ਆਯੁਰਵੇਦ ਵੱਲ ਵਧਣ ਵੀ, ਉਹ ਡਾਕਟਰ ਵੀ ਆਯੁਰਵੇਦ ਵੱਲ ਆਉਣ। ਤਾਂ ਸਾਡੇ 'ਚ ਵੀ ਇਹੀ ਸੀ, ਪਹਿਲਾਂ ਜਦ ਦੇਖਦੇ ਸੀ ਜੇ ਕਿਸੇ ਨੇ ਕਹਿਣਾ ਪਿੱਤੇ ਦੀ ਪੱਥਰੀ ਆ, ਨਹੀਂ ਜੀ ਪਿੱਤੇ ਦੀ ਪੱਥਰੀ ਨਹੀਂ, ਸਾਡੇ ਕੋਲ ਖੁਦ ਕੋਲ ਆਉਂਦੇ ਸੀ, ਅਸੀਂ ਕਹਿੰਦੇ ਸੀ ਯਾਰ ਕਾਹਦੇ ਲਈ ਕਿਸੇ ਦੇ ਪਿੱਛੇ ਪਿਆ, ਜਾ ਕੇ ਸਰਜਰੀ ਕਰਾ। ਪਰ ਹੁਣ ਜਦ ਤੋਂ ਅਸੀਂ ਪੰਨੂ ਸਾਹਿਬ ਦੇ ਨਾਲ ਜੁੜੇ ਆ, ਇੱਧਰ ਆਏ, ਅਸੀਂ ਖੁਦ ਰਿਪੋਰਟਾਂ ਦੇਖਦੇ ਹਾਂ ਵੀ ਹਾਂ ਬੰਦਿਆਂ ਦੀਆਂ ਪੱਥਰੀਆਂ ਨਿਕਲੀਆਂ ਆ, ਪਿੱਤੇ ਦੀਆਂ ਪੱਥਰੀਆਂ। ਲਾਸਟ ਵੀ 2-3 ਦਿਨ ਪਹਿਲਾਂ ਇੱਕ ਦਿਨ 'ਚ 2 ਪੇਸ਼ੈਂਟ ਵੀ ਆਏ ਇਸ ਚੀਜ਼ ਦੇ ਵੀ ਆਹ ਚੱਕੋ ਜੀ ਸਾਡੀਆਂ ਰਿਪੋਰਟਾਂ ਵੀ ਪੱਥਰੀਆਂ ਨਿਕਲ ਚੁੱਕੀਆਂ ਪਿੱਤੇ 'ਚੋਂ। ਗੁਰਦੇ 'ਚੋਂ ਤਾਂ ਚਲੋ ਨਿਕਲਦੀਆਂ ਰਹਿੰਦੀਆਂ, ਸਾਡੇ ਕੋਲ ਪਿੱਤੇ ਦੀ ਪੱਥਰੀ ਦੀਆਂ ਵੀ ਰਿਪੋਰਟਾਂ ਤੱਕ ਪਈਆਂ ਨੇ ਵੀ ਜਿਹੜੀਆਂ ਨਿਕਲਦੀਆਂ। ਪੰਨੂ ਸਾਹਿਬ ਮੈਂ ਤੁਹਾਡੇ ਕੋਲੇ ਵਾਪਸ ਆਉਣੀ ਆ। ਇੱਕ ਤਾਂ ਇਹ ਖੂਬਸੂਰਤ ਚੀਜ਼ ਆ, ਦੂਜੀ ਜਿਹੜੀ ਮੈਂ ਚੀਜ਼ ਦਿਖਾਉਣਾ ਚਾਹੁੰਦੀ ਆ, ਇੱਥੇ ਮਰੀਜ਼ਾਂ ਦੇ ਲਈ ਲੰਗਰ ਤੱਕ ਜਿਹੜਾ ਲਵਾਇਆ ਹੋਇਆ, ਤੁਸੀਂ ਥੋੜਾ ਅੱਗੇ ਆ ਜਾਓ ਪਲੀਜ਼। ਲੰਗਰ ਤੱਕ ਲੱਗਾ ਹੋਇਆ, ਔਰ ਇੱਕ ਇਹ ਬੜਾ ਡਿਫਰੈਂਟ ਜੀ ਚੀਜ਼ ਆ, ਜਿਸ ਤਰ੍ਹਾਂ ਨਾਲ ਮਰੀਜ਼ ਆਉਂਦੇ ਆ, ਲੋਕ ਆਉਂਦੇ ਆ, ਔਰ ਤੁਹਾਡੇ ਕੋਲ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਮਰੀਜ਼ ਆਉਂਦੇ ਆ, ਉਹ ਚੀਜ਼ ਦੇ ਵਿੱਚ ਜ਼ਰੂਰ ਜਾਣਨਾ ਚਾਹੁੰਦੀ ਆ ਕਿ ਬਾਹਰ ਲੋਕਾਂ ਨੂੰ ਇੰਨਾ ਜ਼ਿਆਦਾ ਕੀ ਲੱਗਦਾ ਕਿ ਇੱਥੋਂ ਜਾ ਕੇ ਉਹ ਸਮਝ ਜਾਂਦੇ ਆ ਕਿ ਜਿੰਨਾ ਦੇਸੀ ਤੇ ਨਹੀਂ। ਦੇਖੋ ਸਾਡੇ ਨਾਲ ਜਿਹੜੇ ਪਰਿਵਾਰ ਜੁੜੇ ਨੇ ਬਾਹਰ ਜੀ, ਸਾਡੇ ਬਹੁਤ ਇਸ ਕਰਕੇ ਹੀ ਹੁੰਦਾ ਵੀ ਸਾਡੇ ਜਿਹੜੇ ਮਰੀਜ਼ ਠੀਕ ਹੋ ਕੇ ਉਹੀ ਫੋਨ ਕਰਦੇ ਨੇ ਲੋਕਾਂ ਨੂੰ, ਸਾਡੀ ਵੱਧ ਇਸ ਕਰਕੇ ਆ ਜੀ ਉਹ। ਅੱਛਾ, ਦੇਖੋ ਇੰਟਰਵਿਊ ਤਾਂ ਹਰੇਕ ਚੈਨਲ ਤੱਕ ਦਿੰਦਾ ਜੀ, ਬਿਲਕੁਲ ਸਹੀ। ਜਿਹੜੀ ਅਸਲੀ ਰਿਜ਼ਲਟ ਆ ਜਦੋਂ ਮਰੀਜ਼ ਠੀਕ ਹੁੰਦਾ, ਜਦੋਂ ਉਹ ਦੂਜਿਆਂ ਨੂੰ ਦੱਸਦਾ ਵੀ ਆਓ ਉਹਦੀ ਦਵਾਈ ਲੈ ਕੇ ਆਓ, ਫਿਰ ਉਸ ਗੱਲ 'ਚ ਖੁਸ਼ੀ ਮਿਲਦੀ ਹੈ ਜੀ। ਕੈਂਸਰ ਦਾ ਜਿਵੇਂ ਤੁਸੀਂ ਕਿਹਾ, ਕੈਂਸਰ ਦਾ ਇਲਾਜ ਇੱਥੇ ਹੁੰਦਾ ਹੈ, ਔਰ ਤੁਸੀਂ ਕਿਹਾ ਕਿ ਅਸੀਂ ਦਾਅਵਾ ਵਾਦਾ ਨਹੀਂ ਕੋਈ ਕਰਦੇ, ਪਰ ਅਸੀਂ ਜੜੋਂ ਬਿਮਾਰੀ ਖਤਮ ਜ਼ਰੂਰ ਕਰ ਦਿੰਦੇ ਆ। ਅਸੀਂ ਕੈਂਸਰ ਖਤਮ ਕਰਦੇ ਹਾਂ ਜੜੋਂ ਜੀ, ਮੁੜ ਕੇ ਜ਼ਿੰਦਗੀ ਕਦੇ ਹੋਊਗਾ ਨਹੀਂ ਜੀ। ਪਰ ਉਹ ਜੇ ਫਰਸਟ ਜਾਂ ਸੈਕੰਡ ਜਾਂ ਥਰਡ ਸਟੇਜ ਤੇ ਕਿਸ ਸਟੇਜ ਤੇ ਹੋਵੇ ਜਿੱਥੋਂ ਸਟੇਜ ਹੋਵੇ ਜੀ, ਬਿਲਕੁਲ ਲਾਸਟ ਸਟੇਜ। ਹਾਂਜੀ ਹਾਂਜੀ ਬਿਲਕੁਲ। ਕਿਸ ਤਰ੍ਹਾਂ ਦਾ ਕੈਂਸਰ? ਨਾ ਜਿਹੜਾ ਮਰਜੀ ਆਪਣਾ ਬਲੱਡ ਕੈਂਸਰ ਹੋਵੇ, ਗਤੂਜਾ ਦਾ ਕੈਂਸਰ, ਜਿਹੜਾ ਮਰਜੀ ਕੈਂਸਰ ਹੈ ਜੀ, ਆਲ ਕੈਂਸਰ ਹੈ ਜੀ, ਲੰਗ 'ਚ ਕੈਂਸਰ ਹੋ ਗਿਆ, ਲੀਵਰ ਕੈਂਸਰ ਹੋ ਗਿਆ ਜੀ, ਗਤੂਜਾ ਦਾ ਕੈਂਸਰ, ਜਿਹੜਾ ਮਰਜੀ ਕੈਂਸਰ ਹੋਵੇ ਜੀ।
ਤੁਸੀਂ ਕੀ ਦੱਸਣਾ ਚਾਹੋਗੇ? ਡਾਕਟਰ ਹੁੰਦੇ ਆ ਕਿ ਜਿਨ੍ਹਾਂ ਨੇ ਲੋਕਾਂ ਨੂੰ ਸਿਹਤਯਾਬ ਕਰਕੇ ਉਹਨਾਂ ਨੂੰ ਆਪਦੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਭੇਜਣਾ ਹੁੰਦਾ, ਪਰ ਇਹ ਚੀਜ਼ਾਂ ਦੇ ਵਿੱਚ ਔਕੜਾਂ 'ਚ ਫਸੀਏ ਹੀ ਨਾ। ਫਰਸਟ ਸਿੰਪਟਮਸ ਕਿਹੜੇ ਹੁੰਦੇ ਆ, ਕਿਹੜੇ ਜਿਹੜੇ ਚੈਨ ਚੱਕਰ ਆ ਜਿਨ੍ਹਾਂ ਤੋਂ ਪਹਿਚਾਣ ਕੇ ਜੇ ਪ੍ਰਾਇੋਰਟੀ ਤੇ ਲੋਕ ਤੁਹਾਡੇ ਕੋਲੇ ਪਹੁੰਚ ਜਾਣ ਤੇ ਫਿਰ ਕਿੰਨਾ ਪਤਾ ਕੀ ਹੈ ਜੀ, ਆਪਾਂ ਛੋਟੀਆਂ ਗੱਲਾਂ ਨੂੰ ਪਹਿਲਾਂ ਇਗਨੋਰ ਕਰ ਦਿੰਦੇ ਆ ਜੀ। ਜੀ ਉਹ ਫਿਰ ਆਪਾਂ ਨੂੰ ਸਿਮਟਨ ਤਾਂ ਆਉਂਦੇ ਨੇ ਜੀ, ਆਪਾਂ ਉਹਨੂੰ ਇਗਨੋਰ ਕਰ ਦਿੰਦੇ ਗੱਲਾਂ ਨੂੰ ਆਪਾਂ, ਕਿਉਂਕਿ ਕੈਂਸਰ ਬਾਰੇ ਬੇਸਿਕਲੀ ਆਪਾਂ ਬਹੁਤ ਦੱਸ ਨਹੀਂ ਸਕਦੇ ਬਿਨਾਂ ਰਿਪੋਰਟ ਤੋਂ ਜੀ। ਅੱਛਾ ਜੀ, ਇਹਦੀ ਪ੍ਰੋਬਲਮ ਇਹੀ ਆ ਜੀ, ਓਕੇ, ਕਿਉਂਕਿ ਬਾਕੀ ਤਾਂ ਆਪਾਂ ਰਿਪੋਰਟਾਂ ਕਰਾ ਲੈਂਦੇ ਹਾਂ ਜੀ, ਬਿਲਕੁਲ, ਇਹਦੀ ਰਿਪੋਰਟ ਲੱਗ ਗਿਆ ਜੀ। ਹਾਂ ਇਹਦੀ ਰਿਪੋਰਟ ਤੇ ਲੱਗਦਾ ਪਰ ਵੈਸੇ ਨਹੀਂ ਲੱਗਦਾ ਪਤਾ ਜੀ। ਡਾਕਟਰ ਸਾਹਿਬ ਕਈ ਵਾਰੀ ਰਿਪੋਰਟ ਦੇ ਕੇ ਗੱਲ ਕਰਦੇ ਹਾਂ ਜੀ। ਜੀ ਇਹ ਇਦਾਂ ਵੀ ਹੋਇਆ ਹੋਊਗਾ ਕਿ ਕਈ ਵਾਰੀ ਹੁੰਦਾ ਕਿ ਲੋਕ ਐਲੋਪੈਥਿਕ ਤਰੀਕੇ ਦੇ ਨਾਲ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ ਤੇ ਬਹੁਤ ਵਾਰੀ ਇਦਾਂ ਹੁੰਦਾ ਵੀ ਹਾਂ ਬਹਾਰ ਕੇ ਲੱਗਦਾ ਹੁੰਦਾ ਕਿ ਵੀ ਹੁਣ ਇਹ ਪੰਨੂ ਸਾਹਿਬ ਰਹਿ ਗਏ, ਇੱਧਰ ਵੀ ਜਾ ਹੀ ਆਉਂਦੇ ਆ। ਇਦਾਂ ਹੋਇਆ ਕਿ ਵੀ ਗਈ ਬਾਜੀ ਬਹੁਤ ਜ਼ਿਆਦਾ, ਬਹੁਤ ਵਾਰੀ ਜੀ। ਹੋਇਆ ਹਾਂਜੀ ਬਹੁਤ ਵਾਰ ਜੀ। ਕੋਈ case ਕਈ ਵਾਰ ਤਾਂ ਅਸੀਂ ਸੋਚਦੇ ਨੇ ਵੀ ਸਾਡੇ ਤੇ ਲੋਕ ਇੰਨਾ ਕੁ ਮਾਣ ਕਰਕੇ ਆਉਂਦੇ ਨੇ ਵੀ ਬਹੁਤ ਬੰਦੇ ਕਹਿੰਦੇ ਵੀ ਹੁਣ ਬਸ ਲਾਸਟ ਬਸ ਜੀ, ਇਦੋਂ ਕਹਾਣੀ ਕਰ ਜਾ ਸਕਦੇ ਅਸੀਂ ਵੀ ਤੁਹਾਡੇ ਫਿਰ ਸਾਡੇ ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਫਿਰ ਉਸ ਗੱਲ ਦੀ, ਬਿਲਕੁਲ, ਜਦੋਂ ਕੋਈ ਬੰਦਾ ਇੰਨੇ ਸਾਡੇ ਤੇ ਵਿਸ਼ਵਾਸ ਸਾਡੇ ਤੇ ਆਉਂਦਾ ਕਰਕੇ ਜੀ। ਉਹ ਤੁਸੀਂ ਮਾਈਗ੍ਰੇਨ ਦੀ ਗੱਲ ਕਰਦੇ ਸੀ, ਅਸੀਂ ਮਾਈਗ੍ਰੇਨ ਵੀ ਠੀਕ ਕਰਦੇ ਹਾਂ ਜੀ। ਅੱਛਾ ਜੀ, ਹਾਂਜੀ। ਸੋ ਇਹ ਜਿਵੇਂ ਬੱਚਤ ਜਿਹੜੀ ਆ ਹੋ ਸਕਦੀ ਆ, ਕੋਈ ਯਾਦ ਹੈ ਕਿ ਕੇਸ ਜਿਹੜਾ ਬਹੁਤ ਡਿਫਿਕਲਟ ਹੋਵੇ, ਲਾਸਟ ਸਟੇਜ ਤੇ ਹੋਵੇ ਤੇ ਉਹਦਾ ਬਾਹਰਲੇ ਕੰਟਰੀ 'ਚ ਕੈਂਸਰ ਦੇ ਬਹੁਤ ਹੋਏ ਨੇ ਜੀ, ਅੱਛਾ ਇਹਨਾਂ ਨੂੰ ਜਵਾਬ ਮਿਲਿਆ ਸੀਗਾ ਜੀ। ਕਿਸ ਤਰ੍ਹਾਂ ਦੀ ਦਵਾਈ ਦਿੰਨੇ ਆ, ਕਿੰਨੀ ਦੇਰ ਜਿਹੜੀਆਂ ਮੈਡੀਸਨ ਖਾਣੀਆਂ ਪੈਂਦੀਆਂ ਤੁਹਾਨੂੰ? ਮੈਡੀਸਨ ਦੇਖੋ ਕੋਈ ਮਹੀਨੇ 'ਚ, ਕੋਈ 2 ਮਹੀਨੇ, ਕੋਈ 3 ਮਹੀਨੇ 'ਚ ਠੀਕ ਹੋ ਜਾਂਦਾ ਜੀ। ਅੱਛਾ ਜੀ, ਤੇ ਜਾਣੀ ਕਿ ਤੁਸੀਂ ਇਹ ਮੰਨੋ ਵੀ 3 ਮਹੀਨੇ ਤੋਂ ਬਾਅਦ ਵਾਲੇ ਦਾ ਬਹੁਤ ਘੱਟ ਗਿਣਤੀ ਹੈ ਜੀ। ਇਹ ਅੱਜ ਕੱਲ ਜਿਹੜਾ ਇੱਕ ਹੋਰ ਚੀਜ਼ ਆ ਵੀ ਭਾਵੇਂ ਸਾਡੇ ਵਰਗੇ ਯੰਗ ਬੱਚੇ ਆ ਤੇ ਭਾਵੇਂ ਕੋਈ ਵੀ ਆ, ਉਹ ਕਹਿੰਦੇ ਗੋਡੇ ਬਹੁਤ ਦੁਖਦੇ ਆ ਜਾਂ ਜੁਆਇੰਟਸ ਜਿਹੜਾ ਪੇਨ ਉਹ ਬਹੁਤ ਹੁੰਦਾ, ਕੁਛ ਨਾ ਕੁਛ ਜਿਹੜੀਆਂ ਚੀਜ਼ਾਂ ਦਿੱਕਤਾਂ ਦਾ ਮੋਟਾਪੇ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਅੱਛਾ ਜੀ, ਹਾਂਜੀ, ਹਾਂ ਇਹ 50 ਕਿਲੋ ਦੇ ਹੋ ਸਕਦੇ ਨੇ ਜੀ, ਇਹ ਕੁਆਂਟਲ ਦੇ ਵਿੱਚ ਹੋ ਜਾਂਦੇ ਨੇ ਜੀ ਇਹ। ਅੱਛਾ ਜੀ, ਹੁਣ ਤੁਸੀਂ ਦੇਖੋ ਆਪਾਂ ਜਿਹੜੇ ਆਪਣਾ ਲੇਬਰ ਆ ਜੀ, ਹਾਂਜੀ, ਉਹ ਕਿੰਨੀ ਬੋਟ ਹੁੰਦੀ ਰੋਜ਼ ਜੀ, ਉਹ ਬਿਲਕੁਲ ਸਹੀ, ਉਹਨਾਂ ਦੇ ਗੋਡੇ ਜੋ ਖਰਾਬ ਨੇ ਜੀ। ਹਾਂ, ਅਸੀਂ ਦਵਾਈ ਦਿੰਦੇ 4 ਮਹੀਨੇ ਗੋਡਿਆਂ ਦੀ ਜੀ। ਅੱਛਾ ਜੀ, 4 ਮਹੀਨੇ 'ਚ ਗੋਡੇ ਬਿਲਕੁਲ ਨਵੇਂ ਜੀ। ਇਹ ਜਿਹੜਾ ਕਹਿ ਦਿੰਦੇ ਗਰੀਸ ਮੁੱਕ ਗਿਆ ਤੇ ਅਸੀਂ ਉਹੀ ਗਰੀਸ ਹੀ ਪੂਰਾ ਕਰਦੇ ਸੀ 4 ਮਹੀਨੇ 'ਚ ਅਸੀਂ ਜੀ। ਅੱਛਾ ਜੀ, ਹਾਂਜੀ ਹਾਂਜੀ। ਸੋ ਹਰ ਇੱਕ ਚੀਜ਼ ਦਾ ਇੱਕ ਆਪਣਾ ਆਪਣਾ ਟਾਈਮ ਪੀਰੀਅਡ ਹੈ ਕਿ ਜਿਸ ਟਾਈਮ ਹਾਂਜੀ। ਹੁਣ ਮੈਨੂੰ ਮਤਲਬ ਪਿੱਤੇ ਦੀ ਪੱਥਰੀ ਆ ਜੀ, ਹਾਂ, ਆਮ ਤਾਂ ਮਹੀਨਾ ਹੈ, ਕਿਸੇ ਨੂੰ 2-3 ਮਹੀਨੇ ਖਾਣੀ ਪੈ ਸਕਦੀ ਹੈ ਜੀ। ਰਸੌਲੀ ਆ ਜੀ, ਇੱਕਣੇ ਜੀ। ਹੁਣ ਗਠੀਆ ਜੀ, ਗਠੀਆ ਤਾਂ ਜਿੰਨਾ ਬੰਦਾ ਚਾਹੇ ਵੀਲ ਚੇਅਰ ਤੇ ਬੈਠਾ ਜੀ। ਬਹੁਤ ਸਾਰੇ ਲੋਕ ਦੇਖਣ ਨੂੰ ਮਿਲਦੇ ਜਿਨ੍ਹਾਂ ਦੀਆਂ ਉਂਗਲਾਂ ਦੇ ਜੋੜ ਜਾੜ ਜਿਹੜੇ ਉਹ ਸੁੱਜੇ ਪਏ ਹੁੰਦੇ ਔਰ ਹੱਥ ਪੈਰ ਵਿੰਗੇ ਟੇਢੇ ਹੋ ਗਏ ਹੁੰਦੇ ਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ 100% ਸੰਭਵ ਹੈ ਜੀ। ਇਹਨੂੰ ਬਹੁਤ ਸਾਰੇ ਲੋਕਾਂ ਦੇ ਮਨ 'ਚ ਗਠੀਏ ਤੇ ਬਹੁਤ ਵੀ ਸੜਕ ਮਰੀਜ਼ ਆਉਂਦੇ ਨੇ ਜੀ, ਬਾਹਰਲੀ ਕੰਟਰੀ 'ਚ ਹੋ ਰਹੀ ਵੀ ਹੈ ਇਹਨੂੰ। ਅੱਛਾ ਜੀ, ਮੈਂ ਕਿਹਾ ਜੀ ਬਹੁਤ ਸਾਨੂੰ ਪਤਾ ਨਾ ਦੱਸ ਦੇਵੇ ਸਾਨੂੰ ਆਹ ਬਿਮਾਰੀ ਹੈ ਜੀ, ਹਾਂਜੀ, ਅਸੀਂ 10 ਮਿੰਟ ਦੱਸ ਦਾਂਗੇ ਵੀ ਹਾਂ ਇਲਾਜ ਕਰ ਸਕਦੇ ਹਾਂ ਜੀ। ਜਿਹੜੇ ਮੈਂ ਹੁਣੇ ਹੀ ਦੇਖਿਆ ਸੀ ਕੁਝ ਲੋਕ ਜਿਹੜੇ ਆਏ ਹੋਏ ਸੀ ਜਿਨ੍ਹਾਂ ਦੇ ਕਿਸੇ ਨੇ ਦੁਬਈ ਤੋਂ ਕਾਲ ਕਰਕੇ ਉਹਨਾਂ ਨੇ ਭੇਜਿਆ ਹੋਇਆ ਮੈਡੀਸਨ ਲੈ ਕੇ ਆਓ, ਉਹ ਕਿਵੇਂ ਫਿਰ ਤੁਸੀਂ ਫੋਨ ਤੇ ਰਾਬਤਾ ਕਰਕੇ ਜਾਂ ਫਿਰ ਉਹਨਾਂ ਨੂੰ ਉਧਰੋਂ ਰਿਪੋਰਟਸ ਮੰਗਵਾ ਕੇ ਫਿਰ ਕਰਦੇ ਆ? ਨਹੀਂ ਰਿਪੋਰਟ ਮੰਗਾ ਕੇ ਜੀ। ਅਸੀਂ ਬਹੁਤੀ ਰਿਪੋਰਟ ਦੀ ਗੱਲ ਕਰਦੇ ਹਾਂ ਜੀ। ਦੇਖੋ ਪਤਾ ਗੱਲ ਕੀ ਹੈ, ਜਿਹੜੀ ਦਵਾਈ ਆ ਉਹ ਤਾਂ ਰਿਪੋਰਟ ਤੇ ਮਿਲਣੀ ਹੈ ਜੀ। ਆਮ ਲੋਕਾਂ ਨੂੰ ਥੋੜਾ ਵਹਿਮ ਹੁੰਦਾ ਵੀ ਆਜੂ ਬਾਜੂ ਰਿਪੋਰਟਾਂ ਦੇਖਦੇ ਨਹੀਂ ਹੈਗੇ ਜੀ। ਅਸੀਂ ਰਿਪੋਰਟਾਂ ਦੇਖ ਕੇ ਗੱਲ ਕਰਦੇ ਹਾਂ ਜੀ। ਤੁਹਾਡੀਆਂ ਸਾਰੀਆਂ ਦਵਾਈਆਂ ਜਿਹੜੀਆਂ ਇੱਥੇ ਬਣੀਆਂ ਪਈਆਂ ਉਹਦਾ ਪ੍ਰੋਸੈਸ ਕੀ ਹੈ? ਫਿਰ ਤੁਸੀਂ ਖੁਦ ਸਾਰਾ ਕੁਝ ਤਿਆਰ ਕਰਦੇ ਆ? ਅਸੀਂ ਤਾਂ ਹੀ ਤਾਂ ਕਹਿੰਦੇ ਜੜੋਂ ਖਤਮ ਕਰਦੇ ਹਾਂ ਜੀ। ਸਾਰੀ ਦਵਾਈਆਂ ਅਸੀਂ ਆਪ ਹੀ ਬਣਾਉਂਦੇ ਹਾਂ, ਕੋਈ ਦੂਸਰੀ ਮੁੱਲ ਲਿਆ ਕੇ ਦਵਾਈ ਤੁਸੀਂ ਉਹਦੇ ਉੱਪਰ ਆਪਣਾ ਮਾਣ ਨਹੀਂ ਕਰ ਸਕਦੇ ਜੀ। ਮੈਨੂੰ ਇੱਥੇ ਸੁਣਨ ਨੂੰ ਮਿਲਿਆ, ਮੈਂ ਪਹਿਲਾਂ ਬੈਠੀ ਗੱਲ ਕਰ ਰਹੀ ਸੀ ਵੀ ਕਈ ਵਾਰੀ ਇਹ ਹੁੰਦਾ ਕਿ ਕੋਈ ਮਰੀਜ਼ ਆ ਉਹ ਲੋੜੋਂ ਜ਼ਿਆਦਾ ਪਰੇਸ਼ਾਨ, ਉਹ ਵੱਡੇ ਹਸਪਤਾਲਾਂ ਵੱਲ ਰੁਖ ਨਹੀਂ ਕਰ ਸਕਦਾ, ਤੁਹਾਡੇ ਕੋਲੇ ਆ ਕੇ ਬੋਲ ਦਿੰਦਾ ਕਿ ਪੈਸੇ ਨਹੀਂ ਆ ਬਟ ਮੈਨੂੰ ਬਿਮਾਰੀ ਵੀ ਹੈ, ਤਾਂ ਤੁਸੀਂ ਉਹਦਾ ਇਲਾਜ ਕਰ ਦਿੰਦੇ ਹੋ ਫ੍ਰੀ। ਪਰ ਮੈਂ ਵੈਸੇ ਜਾਣਨਾ ਚਾਹੁੰਦੀ ਹਾਂ ਕਿ ਫਰਕ ਕੀ ਹੈ? ਦਰਬਾਤੋਂ ਬਹੁਤ ਹੁੰਦੇ ਹੋਏ ਜੀ। ਜੀ ਜੀ, ਜੇ ਆਪਾਂ ਸ਼ਬਦ ਵਰਤਦੇ ਹਾਂ ਨਾ, ਦੇਖੋ ਜੀ ਉਹੋ ਜਿਹੀ ਗੱਲ ਦਾ ਰੌਲਾ ਵੀ ਨਹੀਂ ਪਾਉਣਾ ਚਾਹੀਦਾ ਜੀ। ਅੱਛਾ ਜੀ, ਪਰ ਇਹ ਚੰਗਿਆਈ ਹੈ, ਦੱਸਣੀ ਜ਼ਰੂਰੀ ਹੈ ਲੋਕਾਂ ਨੂੰ। ਫਿਰ ਚੰਗਾਈ ਨਹੀਂ ਉਹਦੀ ਫਿਰ ਦਰਬਾਤੋਂ ਬਹੁਤ ਹੁੰਦੀ ਹੈ ਜੀ। ਜੀ, ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਦੂਜੀਆਂ ਜਿਵੇਂ ਅਸੀਂ ਜਾਣਦੇ ਹਾਂ ਕਿ ਵੱਡੇ ਵੱਡੇ ਹਾਈ-ਫਾਈ ਹਸਪੀਟਲਸ ਹੁੰਦੇ ਆ ਲੋਕ, ਤੇ ਉੱਥੇ ਜੋ ਸਹੂਲਤਾਂ ਮਿਲਦੀਆਂ ਉਹਦਾ ਪੇ ਬਹੁਤ ਜ਼ਿਆਦਾ ਕਰਨਾ ਪੈਂਦਾ, ਉਸ ਦੇ ਮੁਕਾਬਲੇ ਇਹ ਇਲਾਜ ਕਿੰਨਾ ਕੁ ਮਹਿੰਗਾ ਸੀ? ਦੇਖੋ ਗੱਲ, ਹਰੇਕ ਬਿਮਾਰੀ ਦਾ ਅਲੱਗ ਦਵਾਈ ਹੈ ਜੀ, ਹਰੇਕ ਦੀ ਅਲੱਗ ਚੀਜ਼ ਹੈ ਜੀ। ਉਹ ਨਹੀਂ ਫਿਰ ਵੀ ਜੇ ਮੈਨੂੰ ਗੋਡੇ ਨਵੇਂ ਬਣਾਉਂਦੇ ਨੇ ਉਹ ਤਾਂ ਸਸਤੇ ਆ ਅਸੀਂ। ਅੱਛਾ ਜੀ, ਇੰਨੇ ਸਸਤੇ ਵੀ ਨਹੀਂ ਹੈਗੇ ਜਿਹੜੀ ਉਹਨਾਂ ਸਸਤੇ ਆ। ਹਾਲਾਂਕਿ ਸਾਡਾ ਰੇਟ ਤਾਂ ਵੱਧ ਚਾਹੀਦਾ ਜੀ, ਸਾਡਾ ਰੇਟ ਤਾਂ ਵੱਧ ਚਾਹੀਦਾ ਉਹਦੇ ਨਾਲੋਂ। ਅਸੀਂ ਤਾਂ ਉਹੀ ਗੋਡੇ ਨਵੇਂ ਬਣਾਉਂਦੇ ਆ ਜੀ। ਇਕੱਲੇ ਗੋਡੇ ਨਹੀਂ ਬਣਾਉਂਦੇ, ਨਾਲ ਉਹਦੇ ਸਰੀਰ 'ਚ ਤਾਕਤ ਬਹੁਤ ਆਉਂਦੀ ਹੈ ਜੀ ਸਾਡੀ ਦਵਾਈ ਨਾਲ ਜੀ। ਹੁਣ ਇੱਕ ਬਿਮਾਰੀ ਹੈ ਸੰਗ੍ਰਹਿਣੀ ਜੀ, ਉਹਦਾ ਦੁਨੀਆ 'ਚ ਕਿਤੇ ਇਲਾਜ ਨਹੀਂ ਜੀ। ਬੰਦਾ ਜੋ ਵੀ ਖਾਂਦਾ ਉੱਕੜ ਨਿਕਲ ਜਾਂਦਾ ਜੀ, ਘੱਟੋ ਘੱਟ 100 ਵਾਰ ਲੈਟਰਿਨ ਜਾਓ ਬੰਦਾ ਸ਼ਾਮ ਤੱਕ ਜੀ। ਅਸੀਂ ਅੱਜ ਦਵਾਈ ਦੇਵਾਂਗੇ, ਸੁਬਾਹ ਠੀਕ ਹੈ ਜੀ। ਅੱਛਾ, ਹਾਂਜੀ। ਸੋ ਕੋਈ ਵੀ ਬਿਮਾਰੀ, ਚਾਹੇ ਉਹ ਸੰਗ੍ਰਹਿਣੀ ਆ, ਚਾਹੇ ਉਹ ਬਵਾਸੀਰ ਆ, ਚਾਹੇ ਕੁਝ ਵੀ। ਬਵਾਸੀਰ ਵੀ ਸਾਡੀ 4-5 ਦਿਨ ਦਵਾਈ ਖਾਣੀ ਪੈਂਦੀ ਹੈ ਜੀ। ਅੱਛਾ ਜੀ,
ਬਿਲਕੁਲ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਜੀ। ਭਗੰਦਰ ਆ ਚਾਹੇ ਜੀ, ਫਿਸ਼ਰਾਂ ਨੇ, ਅੱਛਾ ਸਕਿਨ ਦੀ ਕੋਈ ਪ੍ਰੋਬਲਮ ਆ ਜੀ। ਅੱਛਾ, ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਲੋਕ ਆ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਉਹ ਪਰੇਸ਼ਾਨ ਆ ਇਸ ਤਰ੍ਹਾਂ ਦੇ ਇਲਾਜਾਂ ਤੋਂ। ਜੇ ਤੁਹਾਡੇ ਕੋਲੇ ਉਹਨਾਂ ਨੇ ਅਪਰੋਚ ਕਰਨੀ ਆ, ਜੇ ਇੱਥੇ ਤੁਹਾਡੇ ਕੋਲੇ ਉਹਨਾਂ ਨੇ ਆਉਣਾ ਹੈ, ਤਾਂ ਪਹਿਲਾਂ ਕੀ ਹੋਊਗਾ ਕਿ ਪਹਿਲਾਂ ਉਹ ਆਪਣੇ ਜਿਹੜੇ ਡਾਕਟਰਾਂ ਕੋਲੇ ਉਹ ਪਹਿਲਾਂ ਜਾਂਦੇ, ਮੈਂ ਤੁਹਾਨੂੰ ਦੱਸਿਆ ਕਿ ਲਾਸਟ ਸਟੇਜ ਤੇ ਹੀ ਆਉਂਦੇ ਆ, ਜਾਂ ਫਿਰ ਇੱਥੋਂ ਤੁਸੀਂ ਉਹਨਾਂ ਨੂੰ ਰეკਮੈਂਡ ਕਰਦੇ ਆ ਕਿ ਸਾਨੂੰ ਜੇ ਜ਼ਰੂਰਤ ਹੈ ਵੀ ਆਹ ਟੈਸਟ ਕਰਵਾ ਲਓ, ਉਸ ਤੋਂ ਬਾਅਦ ਸਾਡੀ ਹਾਂ ਨਹੀਂ ਹਾਂ ਜੀ, ਸਾਨੂੰ ਕੋਈ ਜੋ ਰਿਪੋਰਟ ਭੇਜਤੀ ਠੀਕ ਹੈ ਜੀ। ਜੇ ਰਿਪੋਰਟ ਨਹੀਂ ਸਾਨੂੰ ਲੱਗੂਗਾ ਵੀ ਰਿਪੋਰਟ ਅਧੂਰੀ ਆ, ਫਿਰ ਅਸੀਂ ਤਾਂ ਕਹਾਂਗੇ ਪਈ ਰਿਪੋਰਟ ਕਰਾ। ਹੁਣ ਜਿਵੇਂ ਅਲਸਰ ਆ ਜੀ, ਜੀ ਜਾਂ ਅਲਸਰ ਕਲੈਟਸ ਆ ਜੀ, ਸਾਡੇ ਕੋਲ ਇਹ ਵੀ ਦੋਨੇ ਇਲਾਜ ਨੇ ਪੱਕੇ ਜੀ। ਹੁਣ ਅਲਸਰ ਤਾਂ ਅਸੀਂ ਮਹੀਨਾ ਠੀਕ ਕਰ ਦਿੰਦੇ ਹਾਂ ਜੀ। ਜੀ ਜਿਹੜਾ ਅਲਸਰ ਕਲੈਟਸ ਆ 2-3 ਮਹੀਨੇ ਬਸ ਜੀ। ਆਮ ਤੌਰ ਤੇ ਇਹ ਹੁੰਦਾ ਵੀ ਅੱਖਾਂ ਵਾਲੀ ਕੋਈ ਪ੍ਰੋਬਲਮ ਆ ਗਈ, ਫਿਰ ਅੱਖਾਂ ਵਾਲੇ ਡਾਕਟਰ ਕੋਲੇ ਜਾਣਾ। ਦਿਲ ਵਾਲੇ ਡਾਕਟਰ ਨੇ ਅਲੱਗ ਵੱਡਾ ਸਾਰਾ ਹਸਪੀਟਲ ਬਣਾਇਆ ਹੋਇਆ ਹੈ। ਆ ਜੀ ਪਿੱਤੇ ਦੀ ਬਿਮਾਰੀ ਵਾਲੇ ਸਪੈਸ਼ਲ ਆ ਇਸ ਚੀਜ਼ ਦੇ। ਤੁਹਾਡੇ ਕੋਲੇ ਹਰ ਕੋਈ ਬੰਦਾ ਆ ਸਕਦਾ? ਹਾਂਜੀ ਹਾਂਜੀ, ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਜੀ। ਮਤਲਬ ਲੋਕ ਇਸ ਚੀਜ਼ 'ਤੇ ਬਿਲੀਵ ਕਿਵੇਂ ਕਰਨ ਕਿ ਇੱਥੇ ਜੀ ਅੱਖਾਂ ਵਾਲੀ ਮਸ਼ੀਨ ਨਹੀਂ ਕੋਈ ਰੱਖੀ? ਨਹੀਂ ਨਹੀਂ, ਦੇਖੋ ਸਾਨੂੰ ਇਹ ਤੁਸੀਂ ਦੱਸਦੇ ਵੀ ਅਸੀਂ ਤਾਂ ਇਹੀ ਕਹਾਂਗੇ। ਦੇਖੋ ਅੱਜ ਕੱਲ੍ਹ ਮਸ਼ੀਨਾਂ ਹੈਗੀਆਂ ਨੇ ਜੀ ਜੀ। ਪਹਿਲਾਂ ਬਲਦਾਂ ਨਾਲ ਕੀਤੀ ਕਰਦੇ ਸੀ, ਹੁਣ ਟਰੈਕਟਰ ਆ ਗਏ ਜੀ। ਜੀ ਹੁਣ ਇਹ ਵੀ ਬਲਦਾਂ ਨਾਲ ਕੰਮ ਹੋਊਗਾ ਜੋ ਅੱਜ ਮਸ਼ੀਨ ਹੈਗੀ ਆ। ਜੀ ਪਹਿਲਾਂ ਤਕਨੀਕ ਨਹੀਂ ਸੀ ਮਸ਼ੀਨ ਵਾਲੇ ਜੀ, ਹੁਣ ਮਸ਼ੀਨ ਹੈ। ਹੁਣ ਕੁਝ ਬਿਮਾਰੀਆਂ ਇਹੋ ਜਿਹੀਆਂ ਨੇ ਜੀ ਜਿਨ੍ਹਾਂ ਨੂੰ ਡਾਕਟਰਾਂ ਨੂੰ ਵੀ ਕਿੰਨਾ ਟਾਈਮ ਲੱਗਦਾ ਦੱਸਣ ਲੱਗਦਾ ਵੀ ਆਹ ਬਿਮਾਰੀ ਆ। ਬਿਲਕੁਲ ਸਹੀ। ਜਿਹੜੇ ਬਹੁਤ ਹੀ ਕੋਈ ਦਿਮਾਗ ਕੋਈ ਜਿਵੇਂ MS ਹੋ ਗਿਆ, ALS ਹੋ ਗਿਆ, MND, ਇਹ ਉਹ ਬਿਮਾਰੀਆਂ ਨੇ ਜਿਨ੍ਹਾਂ ਨੂੰ ਡਾਕਟਰ ਵੀ ਕਾਫੀ ਚਿਰ ਦੱਸਦੇ ਨੇ ਐਨ ਪੂਰੀ ਰਿਸਰਚ ਕਰਕੇ ਵੀ ਆਹ ਬਿਮਾਰੀ ਨੂੰ ਵੀ, ਪਰ ਦੱਸਣ ਤੋਂ ਐਲੋਪੈਥੀ ਸਾਨੂੰ ਦੱਸਿਆ ਜੀ। ਇੱਥੇ ਕੁਝ ਲੋਕ ਆਏ ਹੋਏ ਆ ਤੁਹਾਡੇ ਕੋਲ, ਇਸ ਨੂੰ ਮਿਲਵਾ ਸਕਦੇ ਹੋ ਕੋਈ ਜਿਹੜੇ ਇਹਨਾਂ ਦੇ ਅੰਕਲ ਤੁਸੀਂ ਦੱਸ ਰਹੇ ਸੀ ਕਿ ਕੋਈ ਦਿੱਕਤ ਆਈ ਸੀਗੀ ਮੈਮ ਨੂੰ, ਕਿਸੇ ਪ੍ਰਾਈਵੇਟ ਹਸਪੀਟਲ 'ਚ ਗਏ ਸੀ ਤੇ ਕੀ ਦੱਸਿਆ ਉਹਨਾਂ ਨੇ, ਕਿਹਾ ਕੀ ਸੀ ਉਹਨਾਂ ਨੇ? ਮੇਰੇ ਮਿਸਿਸ ਦੀ ਲੀਵਰ ਦੇ ਵਿੱਚ ਦੁੱਖ ਸੀਗਾ, ਜੀ ਕਾਫੀ ਦੇਰ ਇਲਾਜ ਕਰਾਇਆ, 6 ਮਹੀਨੇ ਬਹੁਤ ਵੱਡੇ ਹਸਪੀਟਲ ਦਵਾਈ ਖਾਧੀ। ਜੀ ਆਫਟਰ ਦੈਟ ਉਹਨਾਂ ਨੂੰ ਅਸੀਂ ਕਿਹਾ ਵੀ ਠੀਕ ਨਹੀਂ ਹੋ ਰਿਹਾ, ਤੇ ਉਹਨਾਂ ਨੇ ਇਹ ਕਿਹਾ ਵੀ ਇਹਦਾ ਆਪਰੇਸ਼ਨ ਕਰਾਉਣਾ ਪਏਗਾ, ਇਹਦਾ ਲੀਵਰ ਚੇਂਜ ਕਰਨਾ ਪਏਗਾ। ਅੱਛਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਖਰਚਾ ਕਿੰਨਾ ਪਏਗਾ। ਹਾਂਜੀ ਉਹ ਕਹਿੰਦੇ ਜੀ 25 ਲੱਖ ਰੁਪਇਆ ਲੀਵਰ ਚੇਂਜ ਕਰਨ ਦਾ ਪਏਗਾ, 15 ਲੱਖ ਜਿਹਦਾ ਲਵਾਂਗੇ ਉਹਦਾ ਲੱਗੇਗਾ। ਅੱਛਾ ਜੀ ਮੈਂ ਕਿਹਾ ਜੀ ਇੰਨਾ ਤਾਂ ਅਸੀਂ ਅਫੋਰਡ ਨਹੀਂ ਕਰ ਸਕਦੇ, 65 ਈਅਰ ਦੀ ਏਜ ਦੇ ਵਿੱਚ ਇੰਨਾ ਪੈਸਾ ਸਾਡੇ ਲਈ ਮੁਸ਼ਕਿਲ ਹੈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਦਵਾਈ ਵੀ ਦਿੱਤੀ, ਕੋਈ ਫਰਕ ਨਹੀਂ ਪਿਆ। ਫਿਰ ਇਹਨਾਂ ਦੇ ਜੀ ਯੂਰਿਨ 'ਚ ਇਨਫੈਕਸ਼ਨ ਆ ਗਿਆ, ਇੰਨਾ ਕੁ ਇਨਫੈਕਸ਼ਨ ਆ ਗਿਆ ਵੀ ਮੈਂ ਦੱਸ ਨਹੀਂ ਸਕਦਾ। ਜੀ ਵੀ ਸਵੇਰ ਸ਼ਾਮ ਡਿਪ ਲੱਗਦੀ ਸੀ, ਬਹੁਤ ਅੱਛੇ ਇੰਜੈਕਸ਼ਨ, ਨਾਮੀ ਇੰਜੈਕਸ਼ਨ 200 ਦਾ 400 ਦਾ ਲੱਗਦੇ ਰਹੇ, ਜੀ ਲੇਕਿਨ ਇੱਕ ਵੀ ਪੈਸੇ ਦਾ ਫਰਕ ਨਹੀਂ ਪਿਆ। ਅੱਛਾ ਤੇ ਸਾਨੂੰ ਕਿਸੇ ਨੇ ਇਹਨਾਂ ਪੰਨੂ ਬੈਜ ਜੀ ਸਮਰਾਲੇ ਕੋਲ ਹੈਗੇ ਆ, ਖਾਲਸਾ ਕਾਲਜ ਦੇ ਸਾਹਮਣੇ ਦੁੱਖ ਦੂਰ ਦਵਾਖਾਨਾ ਨਾਮ ਆ ਉਹਨਾਂ ਦਾ, ਜੀ ਲੁਧਿਆਣਾ ਜ਼ਿਲ੍ਹੇ 'ਚ ਸਮਰਾਲੇ ਤੁਸੀਂ ਚੱਲ ਜਾਓ, ਹਾਂ ਉੱਥੋਂ ਜਾ ਕੇ ਪੰਨੂ ਬੈਜ ਜੀ ਦਾ ਐਡਰੈਸ ਪੁੱਛ ਲਿਓ। ਜੀ ਖਾਲਸਾ ਕਾਲਜ ਦੇ ਸਾਹਮਣੇ ਆ, ਪੁਰਾਣੀ ਰੋਡ ਸਮਰਾਲੇ ਵਾਲੇ ਚੰਡੀਗੜ੍ਹ ਵਾਲੇ ਰੋਡ। ਤੇ ਅਸੀਂ ਇੱਥੇ ਆਏ ਜੀ, ਸਾਡਾ ਮੇਰੇ ਖਿਆਲ ਜੀ 20 ਕੁ ਦਿਨ, ਜਾਣੀ ਕਿ ਜਿਹੜਾ ਯੂਰਿਨ ਦੀ ਪ੍ਰੋਬਲਮ ਆ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ ਸੀ, ਸਾਡੀ 5 ਦਿਨਾਂ 'ਚ ਠੀਕ ਹੋਈ। 150 ਤੋਂ ਆ ਗਈ 50%, 50 ਤੋਂ ਆ ਗਈ ਹੁਣ 20%। ਇਸ ਤਰ੍ਹਾਂ ਕਰਕੇ ਸਾਡਾ ਇਲਾਜ ਇਹਨਾਂ ਨੇ ਕੀਤਾ। ਰੁਪਈਆ ਕਿੰਨਾ ਲੱਗਿਆ? 25 ਲੱਖ? ਨੋ ਮੈਂ ਕਹਿੰਦੀ ਜੀ ਹੋਰ ਦੱਸ ਦਿੰਦਾ ਤੁਹਾਨੂੰ, ਜੋ ਇਹਨਾਂ ਨੇ ਮੰਗਿਆ ਉਸ ਤੋਂ ਵੀ ਜਦੋਂ ਅਸੀਂ ਆਪਣੀ ਪੋਜੀਸ਼ਨ ਦੱਸੀ ਹਾਂ ਤੇ ਇਹਨਾਂ ਨੇ ਏਜ ਫੈਕਟਰ ਸਮਝ ਕੇ ਜਾਂ ਆਮਦਨ ਦਾ ਜਰੀਆ ਸਮਝ ਕੇ ਸਾਨੂੰ ਅੱਧ ਤੱਕ ਵੀ ਦਵਾਈ ਦੇ ਦਿੱਤੀ ਵੀ ਜਾਓ ਵੀ ਅਸੀਂ ਤੁਹਾਡਾ ਇਲਾਜ ਕਰਾਂਗੇ। ਪਰ ਇਹ ਨਹੀਂ ਵੀ ਅਸੀਂ ਦੇਣ ਯੋਗ ਹੋਈਏ ਫਿਰ ਆ ਕੇ ਕਹੀਏ, ਫਿਰ ਪਰਮਾਤਮਾ ਵੀ ਦੇਖਦਾ, ਉਹ ਵੀ ਇਲਾਜ ਨਹੀਂ ਕਰਦਾ ਜੀ। ਔਰ ਹਰ ਟਾਈਮ ਇੱਥੇ ਲੰਗਰ ਦੀ ਸੇਵਾ, ਇੰਨੀ ਦਇਆ ਕਿਸੇ ਦੇ ਦਿਲ 'ਚ ਨਹੀਂ ਆਉਂਦੀ ਜਿੰਨੀ ਇਹਨਾਂ ਦੇ ਹੈ। ਜੀ ਤਾਂ ਮੈਂ ਜ਼ਿਆਦਾ ਤਾਂ ਕੁਛ ਵੀ ਨਹੀਂ ਕਹਿ ਸਕਦਾ, ਪਰ ਮੈਂ ਇਹ ਮੇਰੀ ਮਿਸ ਮੈਮ ਤੁਹਾਨੂੰ ਜਿਹੜੀ ਇਹ ਤਕਲੀਫ ਸੀਗੀ ਕਿਵੇਂ ਆ, ਦਵਾਈ ਨਾਲ ਫਰਕ ਪਿਆ ਤੇ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ? ਹੁਣ ਬਹੁਤ ਠੀਕ ਮਹਿਸੂਸ ਕਰਦੀ ਹਾਂ। ਮੈਂ ਤਾਂ ਉੱਠ ਕੇ ਤੁਰ ਵੀ ਨਹੀਂ ਸਕਦੀ ਸੀ, ਇੰਨੀ ਪ੍ਰੋਬਲਮ ਜ਼ਿਆਦਾ ਹੋ ਗਈ ਸੀ। ਅੱਛਾ ਨਾ ਮੇਰੀ ਆਵਾਜ਼ ਨਿਕਲਦੀ ਸੀ, ਮੇਰੀ ਹੈਲਥ ਨਹੀਂ ਬਹੁਤ ਸੀ, ਮੈਂ ਬਿਲਕੁਲ ਇਦਾਂ ਹੋ ਗਈ ਸੀ। ਹੁਣ ਫੇਰ ਠੀਕ ਆ। ਹਾਂ। ਮੇਰੇ ਘਰ ਦੇ ਰੋਂਦੇ ਸੀ ਵੀ ਇਹ ਕੀ ਬਣੀ ਜਾਂਦੀ ਦਿਨੋਂ ਦਿਨ, ਵੀ ਇਹਨੂੰ ਕੀ ਹੋ ਰਿਹਾ। ਡਾਕਟਰ ਨੇ 6 ਇੱਥੇ- ਮਹੀਨੇ ਕਹਿੰਦੇ 6 ਮਹੀਨੇ ਕੱਢ ਜਾਵੇ ਬਹੁਤ ਹੈ ਜੀ। ਬਹੁਤ ਆ ਡਾਕਟਰ ਨੇ। ਡਾਕਟਰ ਨੇ ਜਵਾਬ ਦੇ ਦਿੱਤਾ ਸੀ? ਹਾਂ ਵੀ 6 ਮਹੀਨੇ ਨਿਕਲੂਗਾ ਲੀਵਰ ਦਾ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦੀ ਦਵਾਈ ਦਿੱਤੀ ਜੀ ਇਹਨਾਂ ਨੇ ਬਹੁਤ ਛੇਤੀ ਠੀਕ ਕੀਤਾ। ਇਨਫੈਕਸ਼ਨ ਦਾ ਇੰਨੀ ਜਲਦੀ ਇਲਾਜ ਮੇਰੇ ਖਿਆਲ 'ਚ ਕੋਈ ਨਹੀਂ ਕਰ ਸਕਦਾ ਜਿੰਨੀ ਦਾ ਨਹੀਂ ਇਹਨਾਂ ਨੇ ਕੀਤਾ ਜੀ। ਸਰ ਮੈਂ ਇਹ ਜ਼ਰੂਰ ਇੱਕ ਹੋਰ ਜਿਹੜੇ ਪੇਸ਼ੈਂਟ ਹੈਗੇ, ਤੁਹਾਨੂੰ ਵੀ ਕੋਈ ਦਿੱਕਤ ਸੀਗੀ? ਸਟੋਨ ਮੈਮ, ਗੋਲਸਟੋਨ, ਗਾਲ ਬਲੈਡਰ ਦਾ ਸਟੋਨ ਸੀ ਮੈਨੂੰ। ਅੱਛਾ ਤੇ 4-5 ਸਾਲ ਤੋਂ ਮੈਨੂੰ ਕਹਿ ਲਓ ਕਿ ਡਾਈਜੈਸ਼ਨ 'ਚ ਪ੍ਰੋਬਲਮ ਆਉਂਦੀ ਰਹੀ। ਪਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਪੱਕੇ ਹੀ ਪੰਜਾਬੀ ਹੁੰਦੇ ਨਾ ਕਿ 4-5 ਸਾਲ ਬਾਅਦ ਹੈ ਨਾ ਜਵੈਨ ਖਾ ਕੇ ਫੇਰ ਹੀ ਜਾਵਾਂਗੇ ਡਾਕਟਰ ਕੋਲ, ਮੈਂ ਵੀ ਉਵੇਂ ਕੀਤਾ। ਐਲੋਪੈਥੀ ਕੋਲ ਜਾਂਦੀ ਰਹੀ, ਉਹਨਾਂ ਨੇ ਮੈਂ ਦੱਸਿਆ ਸਰ ਮੇਰੇ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ,
ਤੁਹਾਡੇ ਜੀ ਜੇ ਸਟੋਨ ਦੀ ਲੱਗਦੀ ਹੈ ਦਿੱਕਤ, ਉਹਦਾ ਇੱਕੋ ਹੀ ਇਲਾਜ ਹੈ ਜੀ, ਤੁਸੀਂ ਜਾ ਕੇ ਆਪਰੇਸ਼ਨ ਕਰਵਾ ਲੈਣਾ। ਅੱਛਾ। ਮੈਂ ਕਿਹਾ ਨਹੀਂ ਜੀ, ਪੱਕੀ ਤਾਂ ਮੈਂ ਵੀ ਆਪਰੇਸ਼ਨ ਤਾਂ ਨਹੀਂ ਕਰਾਉਂਗੀ, ਬਾਕੀ ਦੇਖੀ ਜਾਂਦੀ ਹੈ ਕੀ ਹੁੰਦਾ ਅੱਗੇ। ਤੇ ਮੇਰੇ ਨਾਲ ਨੇਬਰਸ ਦੇ ਵਿੱਚ ਮਿਸਿਸ ਵਾਲੀਆ ਰਹਿੰਦੇ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨਾ ਇੱਕ ਵਾਰੀ ਵੈਦ ਪੰਨੂ ਜੀ ਦੇ ਜਾ ਕੇ ਆਓ। ਜੀ। ਤੇ ਉਹ ਕਹਿੰਦੇ, ਉਹਨਾਂ ਨੇ ਮੈਨੂੰ ਇਹਨਾਂ ਦਾ ਲਿੰਕ ਦਿੱਤਾ। ਚਲੋ ਮੈਂ ਘਰ ਆਈ, ਮੈਂ ਮੋਬਾਈਲ ਇਸ ਤਰ੍ਹਾਂ ਹੀ ਰੱਖ ਦਿੱਤਾ ਕਿ ਮੈਂ ਨਹੀਂ ਦੇਖਣਾ, ਕਿ ਮੇਰੇ ਹੱਥ ਖੜੇ ਨੇ 4-5 ਸਾਲ ਹੋ ਗਏ, ਦੇਖਦੇ ਨਹੀਂ, ਰਿਪੋਰਟਾਂ 2 ਮੇਰੇ ਹੱਥ 'ਚ ਨੇ ਕਿ ਮੇਰੀ 25 mm ਦੀ ਮੇਰੀ ਸਟੋਨ ਦੱਸੀ ਹੋਈ ਆ। ਤਾਂ ਹੁਣ ਦੇਸੀ ਵਾਲੇ ਕਹਿੰਦੇ ਆ ਕਿ ਉਹ ਜੇ ਸਰ, ਇਹ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਮੈਨੂੰ ਇਸਨੂੰ ਨੋਟ ਵੀ ਕਰਨਾ। ਕਹਿੰਦੇ ਆ ਕਿ ਜੇ ਕੋਈ ਦੇਸੀ ਇਲਾਜ ਨਾਲ ਕੋਈ ਪੱਥਰੀ ਕੱਢਦਾ, ਉਹ ਪੱਥਰੀ ਜਾਂ ਤਾਂ ਲੀਵਰ 'ਚ ਆ ਜਾਊਗੀ ਜਾਂ ਕਿਸੇ ਹੋਰ ਬਾਡੀ ਪਾਰਟ 'ਚ ਆਊਗੀ। ਤੇ ਮੈਮ ਮੇਰੇ ਕੋਲ ਆ ਰਿਪੋਰਟਸ ਵੀ ਹੈ, ਮੇਰਾ ਲੀਵਰ ਓਕੇ ਆ, ਸਟੋਨ ਨਿਕਲਣ ਤੋਂ ਬਾਅਦ ਮੇਰੇ ਸਾਰੇ ਮੈਂ ਪੂਰੇ ਠੀਕ ਹੈ ਮੈਮ, ਤੁਸੀਂ ਮੇਰਾ ਇਹ ਚੈੱਕ ਕਰ ਸਕਦੇ ਹੋ। ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ ਇੱਧਰ ਨੂੰ। ਤੇ ਉਸ ਤੋਂ ਬਾਅਦ ਮੈਮ ਮੈਂ ਸਰਕਲ ਪੰਨੂ ਸਰ ਕੋਲ ਆਈ, ਮੈਂ ਕਿਹਾ ਸਰ ਇਸ ਤਰ੍ਹਾਂ ਕਰਕੇ ਕਿ ਮੇਰੇ ਪਿੱਤੇ 'ਚ ਪੱਥਰੀ ਆ। ਸਰ ਕਹਿੰਦੇ ਕਢਵਾਉਣ ਦੀ ਲੋੜ ਹੀ ਨਹੀਂ ਹੈਗੀ, ਆਪਾਂ ਪਿੱਤਾ ਨਹੀਂ ਕਢਾਉਣਾ, ਆਪਾਂ ਦਵਾਈ ਨਾਲ ਹੀ ਕਰ ਦੇਣਾ। ਮੈਂ ਕਿਹਾ ਇੰਨਾ ਕੌਨਫੀਡੈਂਸ, ਇੰਨਾ ਕੌਨਫੀਡੈਂਸ ਕਿ ਤੇ ਸਰ ਮੈਂ ਇਹਨਾਂ ਦੀ ਗੱਲ ਤੇ ਵਿਸ਼ਵਾਸ ਕੀਤਾ, ਕਿਉਂਕਿ ਇਹਨਾਂ ਨੇ ਕਿਹਾ ਸੀ ਮੇਰੀ ਦਵਾਈ ਪਿਓਰ ਹੈ, ਕੋਈ ਸਟੀਰਾਇਡ ਨਹੀਂ ਹੈ, ਕੋਈ ਡਰੱਗਸ ਨਹੀਂ ਮੇਰੀ ਮੈਡੀਸਨ 'ਚ। ਇਟ ਮੀਨਸ ਕਿ ਮੈਮ ਜੇ ਦਵਾਈ ਪਿਓਰ ਹੈਗੀ ਆ ਤਾਂ ਉਹ ਕੰਮ ਜ਼ਰੂਰ ਕਰੂਗੀ ਫਿਰ। ਜੀ, ਡੈਫੀਨੇਟ, ਤੁਸੀਂ ਮੰਨਦੇ ਇਸ ਗੱਲ ਨੂੰ। ਤਾਂ ਫਿਰ ਉਸ ਤੋਂ ਬਾਅਦ ਮੈਮ ਮੈਂ 19 ਅਗਸਤ ਨੂੰ ਇਹਨਾਂ ਕੋਲ ਆਈ, 25 mm ਦਾ ਆਪਣਾ 26 mm ਦਾ ਜੋ ਵੀ ਮੇਰਾ ਸਟੋਨ ਸੀਗਾ। ਆ 23 ਅਕਤੂਬਰ ਦੀ ਮੈਮ ਮੇਰੀ ਰਿਪੋਰਟ ਹੈਗੀ ਆ। ਇਹਦੇ ਵਿੱਚ ਕੀ ਸ਼ੋਅ ਕਰ ਰਹੇ ਨੇ ਕਿ 25 ਤੋਂ 26 mm। ਮੈਮ ਇਸ ਦੇ ਵਿੱਚ ਕੀ ਹੋਇਆ ਕਿ ਮੇਰਾ ਜਿਹੜਾ ਸਟੋਨ ਹੈ ਉਹ ਸੈਂਟਰ 'ਚੋਂ ਟੁੱਟ ਚੁੱਕਿਆ, ਇੱਕ ਹੋਲ ਹੋਇਆ, ਠੀਕ ਹੈ। ਤੇ ਚਲੋ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਮੈਮ ਇਹ ਰਿਪੋਰਟ ਮੈਨੂੰ ਇੱਥੇ ਆ ਕੇ ਪਤਾ ਲੱਗੀ ਹੈ, ਅਦਰਵਾਈਜ਼ ਮੈਂ ਹੋਰ ਡਾਕਟਰਸ ਨੂੰ ਦਿਖਾਈ ਆਹੀ ਰਿਪੋਰਟ। ਮੈਂ ਉਹਨਾਂ ਨੇ ਮੈਨੂੰ ਕਿਹਾ ਜੀ ਨਹੀਂ ਜੀ ਇਹ ਤੁਹਾਡੀ ਇਹਦੇ 'ਚ ਪਤਾ ਨਹੀਂ ਉਹਨਾਂ ਨੇ ਚੰਗੀ ਤਰ੍ਹਾਂ ਪੜ੍ਹੀ ਨਹੀਂ, ਕੁਛ ਨਹੀਂ। ਉਹ ਕਹਿੰਦੇ ਕਿ ਨਹੀਂ ਤੁਹਾਡਾ ਇਹ ਤਾਂ ਜੀ ਗੋਲ ਸਟੋਨ ਜਿਹੜਾ ਗੋਲ ਬਲੱਡਰ ਤੁਹਾਡਾ ਰਿਮੂਵ ਹੀ ਹੋਣਾ। ਤੇ ਮੈਂ ਇੱਥੇ ਫੋਨ ਕੀਤਾ ਫਿਰ ਕਿ ਜੀ ਮੈਂ ਤਾਂ ਤੁਹਾਡੀ 2 ਮਹੀਨੇ ਦਵਾਈ ਖਾਈ ਆ। ਤੇ ਮੈਨੂੰ ਇਸ ਤਰ੍ਹਾਂ ਕਰਕੇ ਮੈਮ ਆ ਮਨਦੀਪ ਜੀ ਹੈਗੇ ਨੇ ਇੱਥੇ, ਪਲੀਜ਼ ਇੱਕ ਵਾਰੀ ਇਹਨਾਂ ਨੂੰ ਮੇਰੇ ਅੱਗੇ ਲਿਆਓ। ਜੇ ਇਹ ਨਾ ਹੁੰਦੇ ਸ਼ਾਇਦ ਮੈਂ ਵੀ ਨਾ ਇੱਥੇ ਖੜੀ ਹੁੰਦੀ ਤੁਹਾਡੇ ਸਾਹਮਣੇ। ਤੇ ਇਹਨਾਂ ਨੇ ਮੈਨੂੰ ਇੰਨਾ ਹੌਸਲਾ ਅਫਜ਼ਾਈ ਕੀਤਾ, ਕਹਿੰਦੀ ਮੈਮ ਤੁਸੀਂ ਦਵਾਈ ਨਹੀਂ ਛੱਡਣੀ, ਤੁਸੀਂ ਇਸ ਦਵਾਈ ਨੂੰ ਅੱਗੇ ਹੋਰ ਇਹਨੂੰ ਕੰਟੀਨਿਊ ਕਰੋ। ਮੈਮ ਮੈਂ ਇਹਨਾਂ ਦੇ ਕਹਿਣ ਤੇ ਆਪਣਾ ਦਵਾਈ ਕੰਟੀਨਿਊ ਕੀਤੀ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ 23 ਅਕਤੂਬਰ ਦਾ ਦਿਖਾਇਆ ਸੀਗਾ। ਉਸ ਤੋਂ ਬਾਅਦ ਮੈਮ ਇਹ 27 ਦਸੰਬਰ ਦਾ ਮੇਰੀ ਪੱਥਰੀ 25 ਤੋਂ 15 ਮੈਂ ਦਿਖਾ ਰਹੇ, ਸ਼ੋ ਕਰ ਰਹੇ। ਮੈਂ ਵਿਦ ਪ੍ਰੂਫ ਬੋਲ ਰਹੀ ਹਾਂ। ਤੇ ਇਹ ਨਹੀਂ ਹੈ ਕਿ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਜੀ, ਸਾਡੇ ਮੀਡੀਆ ਵਾਲੇ ਆ ਰਹੇ ਨੇ ਕਿ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ, ਤੁਸੀਂ 2-4 ਗੱਲਾਂ ਕਹਿ ਦਿਓ। ਮੈਮ ਪ੍ਰੂਫ ਮੇਰੇ ਕੋਲ ਹੈਗਾ, ਠੀਕ। ਉਸ ਤੋਂ ਬਾਅਦ ਮੇਰੀ ਇਹ ਲੇਟੈਸਟ ਰਿਪੋਰਟ ਹੈਗੀ ਆ, ਮੈਂ 28 ਫਰਵਰੀ ਨੂੰ ਕਰਾਈ। ਮੈਂ 2-2 ਮਹੀਨੇ ਬਾਅਦ ਚੈੱਕ ਕਰਾਉਂਦੀ ਰਹੀ। ਮੈਮ ਇਹਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਗੋਲ ਬਲੈਡਰ ਦੇ ਵਿੱਚ ਸਟੋਨ ਹੈ ਹੀ ਨਹੀਂ, ਠੀਕ। ਤੇ ਉਸ ਤੋਂ ਬਾਅਦ ਮੈਮ ਕੀ ਹੋਇਆ, ਇਹ ਰਿਪੋਰਟਸ ਮੈਂ ਪੀਜੀਆਈ ਵੀ ਭੇਜੀ ਸੀਗੀ ਕਿ ਮੇਰੇ ਕੋਈ ਚੈੱਕ ਕਰਕੇ ਦੱਸੇ। ਤੇ ਉਹਨਾਂ ਨੇ 1-2 ਡਾਕਟਰਸ ਨੂੰ ਹੋਰ ਵੀ ਦਿਖਾਈ। ਲੇਕਿਨ ਮੈਮ ਬਸ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਮੈਨੂੰ ਇੱਕ ਸਵਾਲ ਨਹੀਂ ਪੁੱਛਿਆ ਗਿਆ ਤੁਸੀਂ ਦਵਾਈ ਕਿੱਥੋਂ ਖਾਈ, ਵੀ ਤੁਹਾਡਾ ਗੋਲ ਸਟੋਨ ਜਿਹੜਾ ਮਤਲਬ ਉਹੀ ਹੈ ਨਾ ਕਿ ਕਿਤੇ ਨਾ ਕਿਤੇ ਰੱਬ ਵਾਲੀ ਜਿਹੜੀ ਚੀਜ਼ ਹੈਗੀ ਆ ਕਿ ਆਪਰੇਟ ਦੇ ਉੱਤੇ ਡਾਕਟਰ ਜ਼ਿਆਦਾ ਜ਼ੋਰ ਦਿੰਦੇ ਆ। ਸਰ ਮੈਂ ਸਮਾਪਤੀ ਵੱਲ ਨੂੰ ਵਧ ਰਹੀ, ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਸਵਾਲ ਜਾਣਨਾ ਚਾਹੁੰਦੀ ਆ। ਬਹੁਤ ਸਾਰੇ ਲੋਕ ਸਾਡੇ ਪੰਜਾਬੀ, ਫਿਰ ਉਹੀ ਗੱਲ ਆ ਵੀ ਕਤਿੱਤੀ ਵੀ ਹੈਗੇ, ਉਹਨਾਂ ਨੂੰ ਐਂ ਲੱਗਦਾ ਹੈ ਵੀ ਜਮੈਣ ਸਾਡੇ ਘਰੇ ਪਈ, ਸੌਂਫ ਸਾਡੇ ਘਰੇ ਪਈ, ਰੋਜ਼ ਚਾਹ 'ਚ ਪਾ ਕੇ ਪੀ ਲਿਆ ਕਰਾਂਗੇ, ਦਾਲ ਚੀਨੀ, ਇਹੀ ਚੀਜ਼ਾਂ ਤੁਸੀਂ ਸਾਨੂੰ ਰਗੜ ਕੇ ਦੇਣੀਆਂ, ਅਸੀਂ ਆਪੇ ਹੀ ਕਰ ਲੈਂਦੇ ਹਾਂ। ਕਿੰਨਾ ਜ਼ਰੂਰੀ ਆਯੁਰਵੈਦਿਕ ਡਾਕਟਰ ਦੇ ਕੋਲੇ ਪਹੁੰਚ ਕਰਨਾ? ਨਹੀਂ, ਬਹੁਤ ਜ਼ਰੂਰੀ ਹੈ ਜੀ। ਸਿਹਤ ਨੂੰ ਉੱਪਰ ਕੀ ਹੋ ਸਕਦਾ ਹੋਰ ਜੀ। ਜੇ ਮਾੜਾ ਮੋਟਾ ਸਿਰ ਦੁਖਦਾ ਘੰਟੇ ਤੋਂ ਘੰਟੇ, ਉਹੀ ਬਹੁਤ ਔਖਾ ਹੋ ਜਾਂਦਾ ਜੀ। ਜਦੋਂ ਵੱਡੀਆਂ ਬਿਮਾਰੀ ਲੱਗੀ ਹੁੰਦੀ ਫਿਰ ਤਾਂ ਬਹੁਤ ਮਾੜੀ ਹਾਲਤ। ਜਿਵੇਂ ਸ਼ੂਗਰ ਵੀ ਠੀਕ ਕਰਦੇ ਹਾਂ ਜੀ। ਹਾਂਜੀ। ਲੇਡੀਜ਼ ਦੀਆਂ ਮੈਂ ਫਿਰ ਇੱਕ ਵਾਰੀ ਕਰ ਲਾਂ, ਇੱਕ ਕੁੜੀ ਹੋਣ ਦੇ ਨਾਤੇ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਖੁਦ ਮੈਂ ਜ਼ਰੂਰ ਸਮਝਦੀ ਹਾਂ। ਇੱਕ ਔਰਤ ਹੋਣ ਦੇ ਨਾਤੇ ਆਮ ਤੌਰ ਤੇ ਹੁੰਦਾ ਕਿ ਪੀਰੀਅਡਸ ਦੇ ਵੇਲੇ ਜਿਹੜਾ ਪੇਨ ਆ ਉਹ ਬਹੁਤ ਵੱਡੀ ਪ੍ਰੋਬਲਮ ਆ। ਇੱਕ ਉਹੀ ਗੱਲ ਆ ਕਿ ਜੰਕ ਫੂਡਸ ਆ, ਸਾਨੂੰ ਕਈ ਵਾਰੀ ਸਮਝ ਨਹੀਂ ਹੁੰਦੀ ਕਿ ਉਸ ਵੇਲੇ ਕੀ ਖਾਣਾ ਪੀਣਾ। ਹਰ ਇੱਕ ਦੀ ਬਾਡੀ ਅਲੱਗ-ਅਲੱਗ ਤਰੀਕੇ ਨਾਲ ਰਿਐਕਟ ਕਰਦੀ ਆ। ਘਰੇ ਹੀ ਸੌਂਫ ਜਮੈਣ ਵਾਲੀ ਚਾਹ ਪੀ ਲੈਣੀ ਇਨਾਫ ਆ, ਜਾਂ ਫਿਰ ਕਈ ਚੀਜ਼ਾਂ ਜਿਹੜੀਆਂ ਇਹਦੇ ਨਾਲ ਸੌਰਟ ਆਊਟ ਨਹੀਂ ਹੁੰਦੀਆਂ, ਤੁਹਾਡੇ ਕੋਲ ਆਉਣਾ ਜ਼ਰੂਰੀ ਹੈ? ਹਾਂ, ਬਿਲਕੁਲ ਆਉਣਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਕਾਰਨ ਬਹੁਤ ਹੋ ਸਕਦੇ ਹੈ ਕਿ ਪੇਨ ਦੇ ਕਾਰਨ ਕਿਉਂ ਆ। ਹਰ ਇੱਕ ਲੇਡੀ ਨੂੰ ਪੇਨ ਨਹੀਂ ਹੁੰਦੀ। ਬਿਲਕੁਲ, ਜੇ ਹਰ ਇੱਕ ਲੇਡੀ ਨੂੰ ਪੇਨ ਹੁੰਦੀ ਹੋਵੇ ਤਾਂ ਫਿਰ ਆਪਾਂ ਉਸ ਚੀਜ਼ ਨੂੰ ਗੌਰ ਇੰਨਾ ਨਾ ਹੀ ਕਰੀਏ। ਹਰ ਇੱਕ ਦੀ ਸੇਮ ਦਵਾਈ ਨਾਲ ਪੇਨ ਹਟਦੀ ਵੀ ਨਹੀਂ ਹੈ। ਹਾਂ ਬਿਲਕੁਲ, ਇਹ ਵੀ ਨਹੀਂ ਹਟਦੀ। ਔਰ ਇਹ ਜ਼ਰੂਰੀ ਨਹੀਂ ਹੈ ਕਿ ਸਿੰਪਟਮਸ, ਕਈਆਂ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ, ਕਈਆਂ ਨੂੰ ਇੰਨੀ ਸਵੇਅਰ ਹੁੰਦੀ ਹੈ ਕਿ ਤੁਸੀਂ ਮਤਲਬ ਬੈਠ ਵੀ ਨਹੀਂ ਸਕਦੇ, ਬੋਲ ਵੀ ਨਹੀਂ ਸਕਦੇ। ਤਾਂ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ ਕਿ ਇੰਨਾ ਪੇਨ ਕਿਉਂ ਹੋ ਰਿਹਾ ਹੈ। ਜਦ ਤੱਕ ਆਪਾਂ ਚੈੱਕ ਨਹੀਂ ਕਰਵਾਵਾਂਗੇ, ਡਾਕਟਰ ਕੋਲ ਨਹੀਂ ਜਾਵਾਂਗੇ, ਤਾਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਪੇਨ ਇੰਨੀ ਕਿਉਂ ਹੋ ਰਹੀ ਹੈ। ਹੁਣ ਕਈਆਂ ਦਾ ਮੈਂਸਸ ਆਪਾਂ ਕਹਿੰਦੇ ਕਿ ਫਲੋ ਬਹੁਤ ਜ਼ਿਆਦਾ ਹੁੰਦਾ ਹੈ, ਕਿ ਇੰਨਾ ਜ਼ਿਆਦਾ ਹੁੰਦਾ ਹੈ ਕਿ ਮਤਲਬ ਕਈ ਦਾ ਆ ਕੇ ਲਿਟਰਲੀ ਇੱਦਾਂ ਕਹਿੰਦੇ ਕਿ ਜਿੱਦਾਂ ਟੂਟੀ ਖੁੱਲੀ ਹੁੰਦੀ ਆ।
ਮਤਲਬ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦਾ। ਤਾਂ ਜਦ ਤੱਕ ਤੁਸੀਂ ਰੀਜ਼ਨ ਨਹੀਂ ਦੇਖੋਗੇ ਤਦ ਤੱਕ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਵੀ ਦਿੱਕਤ ਹੈ ਕੀ। ਜਦ ਤੱਕ ਦਿੱਕਤ ਦਾ ਨਹੀਂ ਪਤਾ ਲੱਗੂਗਾ ਤੁਸੀਂ ਟ੍ਰੀਟਮੈਂਟ ਕਿਸ ਚੀਜ਼ ਦਾ ਕਰਵਾਓਗੇ। ਜੀ ਟ੍ਰੀਟਮੈਂਟ ਤਾਂ ਹੀ ਪੋਸੀਬਲ ਹੈ ਨਾ ਜੇ ਤੁਸੀਂ ਡਾਕਟਰ ਕੋਲ ਆ ਕੇ ਵਿਜ਼ਿਟ ਕਰੋਗੇ, ਉਹ ਤੁਹਾਨੂੰ ਚੈੱਕ ਕਰਨਗੇ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਵੀ ਦਿੱਕਤ ਕੀ ਹੈ। ਜੀ ਮੇਰਾ ਆਖਰੀ ਸਵਾਲ ਮਨਦੀਪ ਜੀ ਨੂੰ ਆ। ਮਨਦੀਪ ਜੀ, ਜਿਵੇਂ ਪਹਿਲਾਂ ਉਹ ਮੈਮ ਨੇ ਗੱਲ ਕੀਤੀ ਆ, ਇੱਕ ਬਹੁਤ ਵੱਡੀ ਚੀਜ਼ ਅੱਜ ਕੱਲ ਹੁੰਦਾ ਨਾ ਕਿ ਡਾਕਟਰ ਕੋਲ ਜਾਣ ਤੋਂ ਵੀ ਡਰ ਲੱਗਦਾ, ਕਿਉਂਕਿ ਡਾਕਟਰ ਨੇ ਸਿੱਧਾ ਇੱਕ ਤਾਂ ਸਮਾਈਲ ਬਿਲਕੁਲ ਨਹੀਂ ਕਰਨੀ ਹੁੰਦੀ ਡਾਕਟਰ ਨੇ, ਔਰ ਦੂਸਰੀ ਚੀਜ਼ ਹੁੰਦੀ ਹੈ ਕਿ ਇੰਨਾ ਡਰ ਲੱਗਦਾ ਉਹਨਾਂ ਨਾਲ ਗੱਲ ਕਰਦੇ ਹੋ ਕਿ ਆਪਣੀ ਬਿਮਾਰੀ ਕਈ ਵਾਰੀ ਅੱਧੀ ਦੱਸੇ ਵੀ ਨਾ ਜਾਣੇ। ਜਿਸ ਤਰ੍ਹਾਂ ਮੈਮ ਨੇ ਦੱਸਿਆ ਕਿ ਇੱਕ ਕਾਉਂਸਲਿੰਗ ਕਿੰਨੀ ਜ਼ਰੂਰੀ ਆ, ਡਾਕਟਰ ਕੋਲ ਆਉਣਾ ਕਿੰਨਾ ਜ਼ਰੂਰੀ ਆ, ਔਰ ਡਾਕਟਰ ਜਿਸ ਤਰੀਕੇ ਨਾਲ ਕਾਉਂਸਲਿੰਗ ਕਰਦਾ, ਇਹ ਮੈਂ ਜ਼ਰੂਰ ਚਾਹੁੰਦੀ ਹਾਂ ਕਿ ਜੇ ਕੋਈ ਆਉਂਦਾ ਹੈ ਉਹਨੂੰ ਇਹ ਹੈ ਕਿ ਮੈਂ ਪਹਿਲਾਂ ਗੱਲ ਕਰੂੰ, ਮੈਂ ਦੇਖੂੰਗਾ ਇਲਾਜ ਕਰਾਉਣਾ ਕਿ ਨਹੀਂ ਕਰਾਉਣਾ। ਉਹਦੇ ਲਈ ਤੁਸੀਂ ਕੀ ਕਹੋਗੇ ਕਿ ਕਾਉਂਸਲਿੰਗ ਤੁਸੀਂ ਕਰੋਗੇ? ਕਾਉਂਸਲਿੰਗ ਕਰਦੇ ਹਾਂ ਅਸੀਂ, ਸਮਝਾਉਂਦੇ ਹਾਂ। ਹੁਣ ਕਈ ਤਾਂ ਹੁੰਦੇ, ਕਈ ਤਾਂ ਇੰਨਾ ਕੁ ਭਰੋਸਾ ਕਰਕੇ ਆਉਂਦੇ ਆ, ਉਹਨਾਂ ਨੂੰ ਚਾਹੇ ਅਸੀਂ 1 ਮਿੰਟ ਦਾ ਹੀ ਟਾਈਮ ਦੇਈਏ, ਉਹ ਚੁੱਪਚਾਪ ਮੈਡੀਸਿਨ ਲੈ ਕੇ ਤੁਰ ਜਾਂਦੇ ਆ, ਉਹਨਾਂ ਨੂੰ ਭਰੋਸਾ ਹੁੰਦਾ। ਹੁਣ ਕਈ ਹੈਗੇ ਆ ਜਿਨ੍ਹਾਂ ਨੂੰ ਕਾਉਂਸਲ ਕਰਨਾ ਪੈਂਦਾ। ਕਈ ਵਾਰ ਇਹ ਆ ਵੀ ਮੈਡੀਸਿਨ ਆ, ਕਿਸੇ ਇੱਕ ਪੇਸ਼ੈਂਟ ਹਰ ਇੱਕ ਦਾ ਸਰੀਰ ਅਲੱਗ-ਅਲੱਗ ਆ, ਕਈ ਵਾਰ ਟਾਈਮ ਥੋੜ੍ਹਾ ਜਿਹਾ ਕਿਸੇ ਨੂੰ 10-15 ਦਿਨ ਵੱਧ ਵੀ ਲੱਗ ਜਾਂਦੇ ਆ, ਸਾਡੇ ਜਿੰਨਾ ਅਸੀਂ ਕਹਿੰਦੇ ਹਾਂ ਮਹੀਨਾ 2 ਮਹੀਨੇ, ਕਈ ਵਾਰ ਕਿਸੇ ਨੂੰ ਜਿਵੇਂ ਪਹਿਲਾਂ ਅਸੀਂ ਵੀ ਦੱਸਿਆ ਵੀ 3 ਤੋਂ 4 ਮਹੀਨੇ ਵੀ, ਪਰ ਬਹੁਤ ਰੇਅਰ ਕੇਸ ਆ। ਫਿਰ ਉੱਥੇ ਵੀ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਆ। ਉੱਥੇ ਅਗਲੇ ਦਾ ਇੱਕ ਵਾਰ ਵਿਸ਼ਵਾਸ ਟੁੱਟਦਾ, ਯਾਰ ਨਹੀਂ ਇੰਨੇ ਟਾਈਮ 'ਚ ਨਹੀਂ ਹੋਇਆ, ਪਰ ਇਹ ਹੁੰਦਾ ਕੋਈ ਹਜ਼ਾਰਾਂ 'ਚੋਂ ਇੱਕ ਅੱਧਾ ਕੇਸ ਆ। ਪਰ ਉੱਥੇ ਵੀ ਫਿਰ ਕਾਉਂਸਲ ਕਰਨਾ ਪੈਂਦਾ, ਅਗਲੇ ਨੂੰ ਸਮਝਾਉਣਾ ਪੈਂਦਾ। ਮੈਕਸਿਮਮ ਤਾਂ ਸਮਝ ਜਾਂਦੇ ਇਸ ਚੀਜ਼ ਨੂੰ, ਤੇ ਸਮਝਣਾ ਚਾਹੀਦਾ ਵੀ ਆ, ਕਿਉਂਕਿ ਜੇ ਇੱਕ ਕੋਈ ਬੰਦਾ ਤੁਹਾਨੂੰ ਸਾਹਮਣੇ ਕਾਉਂਸਲ ਕਰ ਰਿਹਾ, ਬਾਰ-ਬਾਰ ਇੱਕੇ ਚੀਜ਼ ਕਹਿ ਰਿਹਾ ਵੀ ਤੁਸੀਂ ਥੋੜ੍ਹੇ ਦਿਨ ਦਵਾਈ ਲੈ ਕੇ ਦੇਖੋ ਹੋ ਜਾਓਗੇ ਠੀਕ, ਤਾਂ ਉਹ ਮੰਨਣੀ ਚਾਹੀਦੀ ਹੈ ਉਸ ਬੰਦੇ ਦੀ ਗੱਲ। ਕਿਉਂਕਿ ਆਪਾਂ ਉਹ ਪਹਿਲਾਂ ਵੀ ਗੱਲ ਕੀਤੀ ਹੈ, ਜਿਵੇਂ ਆਯੁਰਵੇਦ 'ਚ ਹਰ ਇੱਕ ਬੰਦਾ ਲਾਸਟ 'ਚ ਪਹੁੰਚਦਾ। ਹਾਂ, ਜਦ ਆਪਾਂ ਸਾਰੇ ਪਾਸੇ ਧੱਕੇ ਖਾਏ ਤਾਂ ਜੇ ਇੱਕ ਜਗ੍ਹਾ ਆਏ ਆ ਤਾਂ ਉੱਥੇ ਭਰੋਸਾ ਕਰਕੇ ਤਾਂ ਚੱਲੋ, ਥੋੜਾ ਟਾਈਮ ਦਿਓ ਉਸ ਚੀਜ਼ ਦੇ ਲਈ। ਦੋ ਜਿਹੜੇ ਮੇਰੇ ਮਨ 'ਚ ਸ਼ੰਕੇ ਆਏ, ਆਈ ਥਿੰਕ ਲੋਕਾਂ ਦੇ ਸਵਾਲ ਜ਼ਰੂਰ ਇਹ ਹੋਣਗੇ। ਇੱਕ ਤਾਂ ਇਹ ਹੁੰਦਾ ਕਿ ਵੀ ਜਦੋਂ ਐਲੋਪੈਥੀ ਆਪਾਂ ਖਾਂਦੇ ਰਹਿੰਦੇ, ਉਸ ਤੋਂ ਬਾਅਦ ਇਹ ਮੰਨਿਆ ਜਾਂਦਾ ਵੀ ਦੂਜੀਆਂ ਦਵਾਈਆਂ ਘਰ ਨੂੰ ਹਟ ਜਾਂਦੀਆਂ, ਔਰ ਇੱਕ ਸਟੇਜ ਤੇ ਆ ਕੇ ਸਾਨੂੰ ਕੋਈ ਵੀ ਹੋਰ ਕੁਝ ਦੇ ਦਿਓ, ਉਹ ਸਾਡੇ ਤੇ ਇਫੈਕਟ ਹੀ ਨਹੀਂ ਕਰਦੀ। ਆਯੁਰਵੈਦਿਕ ਉਸ ਤੋਂ ਬਾਅਦ ਵੀ ਪ੍ਰਭਾਵਸ਼ਾਲੀ ਹੈ। ਬਿਲਕੁਲ ਬਿਲਕੁਲ ਜੀ। ਹੁਣ ਬਹੁਤ ਜਿਹੜੀਆਂ ਬਿਮਾਰੀਆਂ ਦੇ ਵਿੱਚ ਸਰੀਰ ਖੜਾ ਜਾਂਦੇ, ਸਰੀਰ ਹਟ ਜੀ, ਉਸ ਤੋਂ ਬਾਅਦ ਕੋਈ ਆਮ ਦਵਾਈ ਕੰਮ ਨਹੀਂ ਕਰਦੀ, ਅਸੀਂ ਉਹ ਵੀ ਛਡਾਉਂਦੇ ਹਾਂ ਜੀ। ਔਰ ਦੂਸਰਾ ਜਿਹੜਾ ਸਵਾਲ ਉਹ ਇਹ ਹੈ ਮੇਰਾ ਕਿ ਐਲੋਪੈਥੀ ਦੇ ਵਿੱਚ ਪਹਿਲਾਂ ਬਹੁਤ ਸਾਰੇ ਡਾਕਟਰਸ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਹ ਕਿਹਾ ਕਿ ਮਰੀਜ਼ ਡਾਕਟਰ ਦੀ ਪੂਰੀ ਗੱਲ ਧਿਆਨ ਨਾਲ ਨਹੀਂ ਸੁਣਦੇ। ਜੇ ਡਾਕਟਰ ਨੇ ਕਿਹਾ ਵੀ ਇਹ ਭਾਈ ਗੋਲੀ ਤੁਸੀਂ ਇਹ ਤਾਜ਼ੇ ਪਾਣੀ ਨਾਲ ਖਾਣੀ ਆ, ਤੇ ਜੇ ਹੱਥ 'ਚ ਚਾਹ, ਲੱਸੀ, ਕੋਲਡ ਡਰਿੰਕ ਉਹਦੇ ਨਾਲ ਹੀ ਗੋਲੀ ਸਿੱਟ ਲੈਂਦੇ, ਫਿਰ ਕਹਿੰਦੇ ਜੀ ਅਸਰ ਨਹੀਂ ਕੀਤਾ। ਇਹ ਕਿੰਨੀ ਜ਼ਰੂਰੀ ਗੱਲਬਾਤ ਸੁਣਨੀ। ਔਰ ਆਯੁਰਵੈਦ ਦੇ ਵਿੱਚ ਇਹ ਚੀਜ਼ਾਂ ਕਿੰਨੀਆਂ ਕਾਊਂਟ? ਆਯੁਰਵੈਦ 'ਚ ਕਾਫੀ ਜ਼ਰੂਰੀ ਹੈ ਜੀ। ਕੋਈ ਦੁੱਧ ਨਾਲ ਲੈਣੀ ਹੈ, ਕੋਈ ਕੋਸੇ ਪਾਣੀ ਲੈਣੀ, ਕੋਈ ਸਿੰਪਲ ਪਾਣੀ ਲੈਣੀ ਹੈ ਜੀ। ਇਹ ਅਸੀਂ ਸਭ ਕੁਝ ਲਿਖਿਆ ਹੁੰਦਾ ਉੱਪਰ ਜੀ। ਨਹੀਂ, ਇਹਦੇ ਉੱਤੇ ਮੈਂ ਕਿਹਾ ਕਿ ਧਿਆਨ ਦੇਣਾ ਕਿੰਨਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਇਹਦੇ ਨਾਲ ਇਲਾਜ ਦੇ ਵਿੱਚ ਫਰਕ ਪੈਂਦਾ। ਹਾਂਜੀ ਹਾਂਜੀ ਬਿਲਕੁਲ ਜੀ, ਬਹੁਤ ਚੀਜ਼ਾਂ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਜੀ। ਹੁਣ ਅਸੀਂ ਤਾਂ ਹੀ ਸਪੈਸ਼ਲ ਜ਼ੋਰ ਦੇਈਦਾ ਵੀ ਜਿਵੇਂ ਅਸੀਂ ਲਿਖਿਆ ਹੈ ਇੱਕ ਨਹੀਂ ਖਾਣੀ ਹੈ। ਹੁਣ ਜਿਹੜੀ ਚੀਜ਼ ਦੁੱਧ ਨਾਲ ਲੈਣੀ ਹੈ ਉਹਨੂੰ ਪਾਣੀ ਦੇ ਕਿਵੇਂ ਲੈ ਲਓ ਤੁਸੀਂ ਜੀ? ਬਿਲਕੁਲ ਸਹੀ ਜੀ। ਹੁਣ ਜਿਹੜੀ ਕੋਸੇ ਪਾਣੀ ਲੈਣੀ ਆ, ਜੋ ਸਿੰਪਲ ਪਾਣੀ ਲਾਓਗੇ ਲੈਂਦੇ ਆ ਸਾਡੇ ਪੰਜਾਬੀ, ਤਾਂ ਹੀ ਮੈਂ ਕਿਹਾ। ਨਹੀਂ ਪਰ ਜਿਹੜੇ ਸਾਡੇ ਨਾਲ ਸੱਚੇ ਪਾਤਸ਼ਾਹ ਜਿਹੜੇ ਬੰਦੇ ਜੁੜੇ ਹੋਏ ਨੇ ਕੰਮ ਨਾਲ, ਉਹ ਸਾਡਾ ਕਹਿਣਾ ਮੰਨਦੇ ਨੇ ਪੂਰਾ ਜੀ। ਕਿਉਂਕਿ ਇੱਕ ਥੋੜਾ ਰੀਜਨ ਇਹ ਵੀ ਆ ਵੀ ਉਹ ਪਹਿਲਾਂ ਪ੍ਰਪੇਅਰ ਹੋਏ ਹੁੰਦੇ ਨੇ, ਦੱਸਿਆ ਹੁੰਦਾ ਗਾਹਾਂ ਵਾਲੇ ਬੰਦਿਆਂ ਨੇ ਵੀ ਅਸੀਂ ਠੀਕ ਹੋਏ ਆ, ਵੀ ਉਹਨਾਂ ਕੋਲ ਜਾਓ। ਥੋੜੀ ਜਿਹੀ ਜਿਹੜੀ ਉਹਦੀ ਕਾਉਂਸਲਿੰਗ ਆ ਉਹ ਪਹਿਲਾਂ ਹੋਈ ਹੁੰਦੀ ਆ ਜੀ। ਸਾਨੂੰ ਥੋੜਾ ਇਸ ਗੱਲ ਦਾ ਬੈਨੀਫਿਟ ਆ ਜੀ। ਜਾਂ ਪਹਿਲਾਂ ਹੀ ਪਰੇਸ਼ਾਨ ਹੋ ਕੇ ਆਖਰੀ ਆਸ। ਹਾਂ ਬਿਲਕੁਲ। ਹੁਣ ਜਿਵੇਂ ਲੀਵਰ ਆ ਜੀ, ਉਹਨਾਂ ਲੀਵਰ ਸਟ੍ਰੈਸ ਸੀਗਾ ਜੀ, ਇੱਥੇ ਤਾਂ ਇਹੀ ਹੁੰਦਾ ਵੀ ਲੀਵਰ ਚੇਂਜ ਕਰਾਓ ਜੀ। ਅਸੀਂ ਉਹ ਲੀਵਰ ਵੀ ਠੀਕ ਕਰਦੇ ਹਾਂ ਜੀ। ਇੱਕ ਬਿਮਾਰੀ ਹੈ ਗੈਂਗਰੀਨ ਜੀ, ਜੇ ਕਿਨੂੰ ਸ਼ੂਗਰ ਹੋ ਜਾਵੇ ਜੀ, ਉਹਦਾ ਜ਼ਖਮ ਹੋ ਗਿਆ, ਉਹ ਜ਼ਖਮ ਨਹੀਂ ਸੁੱਕਦਾ ਜੀ, ਫਿਰ ਵੱਢਣਾ ਪੈਂਦਾ ਗਾਹਾਂ ਦੇ ਗਾਹਾਂ। ਅਸੀਂ ਉਹੀ ਜ਼ਖਮ ਸੁਕਾ ਦਿੰਦੇ ਹਾਂ ਜੀ। ਹਾਂਜੀ। ਸੋ ਇਹ 3 ਜਿਹੜੇ ਡਾਕਟਰਸ ਦੀ ਬੜੇ ਪਿਆਰੇ ਡਾਕਟਰਸ ਦੀ ਟੀਮ ਹੈ, ਔਰ ਬੜੇ ਸੋਹਣੇ ਜਿਹੇ ਮਾਹੌਲ ਦੇ ਉੱਤੇ ਮੈਂ ਪਹਿਲੀ ਵਾਰੀ ਦੇਖਿਆ। ਆਮ ਤੌਰ ਤੇ ਹਸਪੀਟਲਸ ਦੇ ਵਿੱਚ ਜਾਈਦਾ ਤੇ ਅਸਮਾਨ ਛੂੰਹਦੀਆਂ ਇਮਾਰਤਾਂ ਤੇ ਹਰ ਇੱਕ ਜਗ੍ਹਾ ਪੱਕੀ ਤੇ ਸਾਫ਼, ਇਦਾਂ ਲੱਗਦਾ ਹੁੰਦਾ ਵੀ ਜਿਵੇਂ ਫੋਰਨ ਦੀ ਕਿਸੇ ਕੰਟਰੀ 'ਚ ਆ ਗਏ। ਤੇ ਨਾਲ ਦੀ ਨਾਲ ਕੋਈ ਵੀ ਆਮ ਇਨਸਾਨ ਦਾ ਦਿਲ ਵੀ ਡੋਲਦਾ ਕਿ ਹੁਣ ਇੱਥੇ ਬਿੱਲ ਵੀ ਬਹੁਤ ਵੱਡਾ ਬਣੂਗਾ। ਸੋ ਐਨਕ ਵੀ ਲਹਾਉਂਦੇ ਆ ਡਾਕਟਰ ਸਾਹਿਬ। ਇਹ 91 ਬਿਮਾਰੀਆਂ ਦਾ ਮੇਰੇ ਕੋਲ ਇੱਕ ਸਲਿੱਪ ਹੈਗੀ ਆ। ਹਰ ਜਿਹੜੇ ਅੱਜ ਪੂਰੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਇਹ 91 ਦੀਆਂ 91 ਚੀਜ਼ਾਂ ਡਿਸਕਸ ਨਹੀਂ ਕਰ ਸਕਦੇ, ਪਰ ਇੱਥੇ ਬੈਠੇ ਲੋਕਾਂ ਨੇ ਜਿਸ ਤਰ੍ਹਾਂ ਦੀਆਂ ਆਪਣੀਆਂ ਪ੍ਰੋਬਲਮਸ ਦੱਸੀਆਂ। ਸੋ ਦੁੱਖ ਦੂਰ ਜਿਹੜਾ ਦਵਾਖਾਨਾ, ਬੜਾ ਡਿਫਰੈਂਟ ਜਿਹਾ ਨਾਮ ਹੈ, ਔਰ ਮੇਰੇ ਕੋਲ ਐਡਰੈਸ ਹੈਗਾ ਨੀਅਰ ਮਾਲਵਾ ਕਾਲਜ, ਚੰਡੀਗੜ੍ਹ ਰੋਡ, ਸਮਰਾਲਾ। ਸੋ ਇੱਥੇ ਤੁਸੀਂ ਪਹੁੰਚ ਕੇ ਇੱਕ ਵਾਰ ਡਾਕਟਰਾਂ ਦੇ ਨਾਲ ਡਿਸਕਸ ਜ਼ਰੂਰ ਕਰ ਸਕਦੇ ਹੋ, ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਐਂ ਲੱਗਦਾ ਕਿ ਅਸੀਂ ਇੰਨੀ ਕੁ
ਜ਼ਿਆਦਾ ਜ਼ਿੰਦਗੀ ਦੇ ਵਿੱਚ ਦਵਾਈ ਖਾ ਲਈ ਹੈ ਕਿ ਕੋਈ ਦਵਾਈ ਜਿਹੜੀ ਆ ਸਾਡੇ ਸਰੀਰ ਦੇ ਵਿੱਚ ਹੁਣ ਘਰ ਕਰਨੋਂ ਹੀ ਹਟ ਗਈ। ਸੋ ਹਰ ਇੱਕ ਇਨਸਾਨ ਦੀ ਜ਼ਿੰਦਗੀ ਕੀਮਤੀ ਆ, ਔਰ ਉਸ ਜ਼ਿੰਦਗੀ ਨੂੰ ਕੀਮਤੀ ਨੂੰ ਸਾਂਭਣ ਦੇ ਲਈ ਜਿਹੜੀ ਆ ਬਹੁਤ ਲੰਬੀ ਚੌੜੀ ਕੀਮਤ ਅਦਾ ਕਰਨ ਦੀ ਹਰ ਵਾਰ ਜ਼ਰੂਰਤ ਨਹੀਂ ਹੁੰਦੀ। ਕੁਝ ਚੰਗੀਆਂ ਚੀਜ਼ਾਂ, ਖਾਸ ਤੌਰ ਤੇ ਭਾਰਤ ਦਾ ਵਿਰਸਾ ਹੀ ਬਹੁਤ ਅਮੀਰ ਹੈ ਕਿ ਸਾਡੀ ਵਿਰਾਸਤ ਦੇ ਵਿੱਚ ਸਾਡੇ ਆਸ-ਪਾਸ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਪਿਆ, ਉਹਦੇ ਲਈ ਕਿਸੇ ਵੱਡੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਆ। ਸੋ ਤੁਸੀਂ ਜੇ ਇੱਥੇ ਆਉਂਦੇ ਹੋ ਤੇ ਇਹਨਾਂ ਡਾਕਟਰਸ ਦੇ ਨਾਲ ਗੱਲਬਾਤ ਕਰਦੇ ਹੋ। ਜੀ। ਗੂਗਲ ਤੇ ਪੰਨੂ ਵੈਦ ਭਰੋ ਜੀ, ਅੱਛਾ ਜੀ, ਅਸੀਂ ਇਕੱਲੇ ਹੀ ਆ। ਅੱਛਾ ਸਭ ਤੋਂ ਸੌਖਾ ਜੀ ਇਹ। ਸੋ ਇਹ ਵੀ ਇੱਕ ਡਿਫਰੈਂਟ ਚੀਜ਼ ਹੈ ਕਿ ਗੂਗਲ ਤੇ ਇਕੱਲੇ ਹੀ ਹੈ, ਪੰਨੂ ਵੈਦ ਭਰੋ ਤੇ ਉਹ ਕਹਿੰਦੇ ਵੀ ਤੁਹਾਨੂੰ ਇੱਥੇ ਪਹੁੰਚਦਾ ਕਰ ਦੇਣਗੇ। ਸੋ ਆਪਣੇ ਸਰੀਰ ਦੇ ਲਈ ਬਿਹਤਰ ਇਲਾਜ ਲੱਭਣ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਬਿਹਤਰ ਇਲਾਜ ਦੇ ਕਰਨ ਵਾਲੇ ਲੋਕਾਂ ਦੇ ਵਿੱਚੋਂ ਇਹ ਲੋਕ ਜਿਹੜੇ ਆ ਜਾਣੇ ਜਾਂਦੇ ਆ। ਸੋ ਤਿੰਨਾਂ ਡਾਕਟਰਸ ਦੇ ਕੋਲੇ ਕਦੇ ਵੀ ਆ ਕੇ ਕਿਸੇ ਵੀ ਪ੍ਰੋਬਲਮ ਦੇ ਬਾਰੇ 'ਚ ਤੁਸੀਂ ਡਿਸਕਸ ਕਰਕੇ ਇਲਾਜ ਕਰਵਾ ਸਕਦੇ ਹੋ ਤੇ ਉਹ ਇਲਾਜ ਉਹੀ ਹੋਊਗਾ ਜਿਹੜਾ ਸਾਡੀ ਬੇਬੇ ਦੀ ਰਸੋਈ 'ਚੋਂ ਨਿਕਲਦਾ ਹੈ, ਜਿਹੜਾ ਸਾਡੀ ਵਿਰਾਸਤ ਦੇ ਵਿੱਚ ਸਾਡੇ ਵੈਦ ਹੋਇਆ ਕਰਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ, ਔਰ ਘਰ ਦੇ ਵਿੱਚ ਹਰ ਇੱਕ ਤਰੀਕੇ ਦਾ ਇਲਾਜ ਕਰਦੇ ਸੀ। ਉਸ ਤਰ੍ਹਾਂ ਦਾ ਕੁਝ ਜਿਹੜਾ ਤੁਹਾਨੂੰ ਇੱਥੇ ਜ਼ਰੂਰ ਦੇਖਣ ਨੂੰ ਮਿਲੇਗਾ। ਇਸ ਐਪੀਸੋਡ ਦੇ ਵਿੱਚ ਇਹ ਨਹੀਂ। ਦਿਓ ਇਜਾਜ਼ਤ, ਸ਼ੁਕਰੀਆ।